वाहिगुरु जी का खालसा वाहिगुरु जी की फतेह। सतगुरां दी पावन हजूरी विच बड़े ही अदब अते सत्कार सहित संध्या के दीवाना विच आप जी जुड़ बैठे हो। सुहावना समा गुरु पातशाह जी ने बख्शिश कीता है। इस वेले का लाभ प्राप्त करिए। गुर इतिहास जी की पावन कथा दे विचों आप जी ने सरवण कीता। सुमेर पर्वत ते गुरु नानक पातशाह सिद्धां दा मान तोड़ रहे हैं। जदों गोपी चंद जी चल के आए, बड़े अदब सहित गुरु नानक पातशाह जी को सदा दे के गए ने, साहिब जीओ सिद्ध मंडली विच आके सारे सिद्धां दा उद्धार करियो। फिर गोरखनाथ ने ईश्वरनाथ नूं भेजिया। उन्हें भी आके सतगुरां नूं सवाल कीते भी कौन मरदा है आत्मा ते परिपूर्ण है। गुरु नानक पातशाह जी के सवालों का जवाब ये तो भी चल नहीं होया। बड़ी शरधा दे नाल सीस झुका के अपने गुरु नूं जाके कहंदा उते अत्यंत वड्डे हन, सानू झुक जाना चाहिए। ईश्वरनाथ की भरी कचहरी विच ये गल सुन के सिद्धां दे विचों लंगरनाथ एक सिद्ध है, कहंदा जी मैनू मौका दिओ, मैं मिलदा जाके कौन ने गुरु नानक। इत्थों तक आप जी ने पावन कथा का आनंद माणिया। सुरतियां व्यक्तियों को एकाग्र चित्त बनाइए। सांझ पाओ प्रेम दी गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चलिए समेर पर लीजे उपदेश बर, शीस मृत जोन डर दीजे निज टार के। निरंकार स्वरूप गुरु नानक पातशाह आप खेड़ा वरता रहे। जे सतगुरु जी चाहण एक पल विच दोबारा सिद्धां दी मंडली विच जा सकते हैं, एक पल विच, पर बड़े अभिमानियां दे अभिमान तोड़ते हैं। मीना पर्वत ते गुरु पातशाह जी सुभाईमान हैं। सिद्ध लंगरनाथ चल के सतगुरां दे कोल आया, आदेश कीती। पहला ही बचन कहंदा है आओ सुमेर दी सिखर ते आके गोरखनाथ जी दे पासों आशीर्वाद ले लो। हे नानक जे मेरी मनो गुरु गोरख नूं अपना गुरु धारण कर लो। जगत गुरु गुरु नानक पातशाह जी ने इस सिद्ध की गल नूं सुनिया, जानिया ते बेचारा अनजान जे है जो इहो जिहियां गल्लां कर। सतगुरु मुस्कुरा पए जागे वड भाग जे तू जोग अनुराग करे, धुन संग लागे लाग
ਹੱਥ ਦੇਹੋ ਡਰ ਕੇ। ਕਹਿੰਦਾ ਭਾਗ ਜਾਗ ਜਾਣਗੇ ਤੁਹਾਡੇ ਜੇ ਗੋਰਖ ਨੂੰ ਗੁਰੂ ਬਣਾ ਲਿਆ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਲੰਗਰਨਾਥ ਕਹਿੰਦਾ ਹੈ। ਜਿਸ ਦਿਨ ਤੁਸੀਂ ਜੋਗੀ ਬਣ ਜਾਓਗੇ, ਜੋਗ ਮਤ ਦੇ ਵਿੱਚ ਆ ਜਾਓਗੇ, ਜੋਗੀਆਂ ਦੇ ਕੱਪੜੇ ਪਾ ਲਓਗੇ, ਤੁਹਾਨੂੰ ਮੱਤ ਆ ਜਾਏਗੀ ਮੱਤ। ਹੁਣ ਕੀ ਕਹੀਏ, ਸਿਆਣਪ ਜਾਣ ਜਾਣ ਕੋਈ ਗੱਲ ਨਹੀਂ। ਅਣਜਾਣ ਵਿਅਕਤੀ ਦੇ ਵਾਸਤੇ ਹੀਰਾ ਹਮੇਸ਼ਾ ਹੀ ਪੱਥਰ ਹੁੰਦਾ ਤੇ ਕੱਚ ਹੁੰਦਾ, ਪਰ ਜੇ ਸਮਝਦਾਰ ਇਹ ਗੱਲ ਕਰੇ ਫਿਰ ਉਹਦੀ ਮੂਰਖਤਾ ਹੁੰਦੀ। ਲੰਗਰਨਾਥ ਵੀ ਉਹਨਾਂ ਦੀ ਸੰਗਤ ਕਰਦਾ ਹੈ। ਇਹ ਉਹ ਸਿੱਧ ਹੈ ਜਿਹਦੇ ਅੰਦਰ ਹੰਕਾਰ ਭਰਿਆ ਹੋਇਆ, ਪਰ ਬੜੇ ਸਲੀਕੇ ਨਾਲ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਆਇਆ। ਕੋਈ ਨੀਚਾ ਨਹੀਂ ਵਿਖਾਇਆ, ਕੋਈ ਕੌੜਾ ਨਹੀਂ ਬੋਲਿਆ। ਕਹਿੰਦਾ ਜੀ ਮੇਰੇ ਗੁਰੂ ਨੂੰ ਆਪਣਾ ਗੁਰੂ ਬਣਾ ਲਓ, ਜੋਗ ਮਤ ਚਾ ਲਓ, ਜੋਗੀ ਬਣੋਗੇ, ਮੌਤ ਤੋਂ ਖਹਿੜਾ ਛੁੱਟ ਜਾਏਗਾ। ਬੋਲੇ ਦੀਨਾਨਾਥ ਸਿੱਧ ਲੰਗਰ ਕੇ ਸਾਥ ਤਬ, ਕੌਣ ਸੀ ਵਸਤ ਮਰੇ ਦਿਸੇ ਜੋ ਬਤਾਏ ਕੈ। ਕਹਿੰਦਾ ਜੀ ਮੇਰੇ ਗੁਰੂ ਗੋਰਖਨਾਥ ਤੁਹਾਨੂੰ ਮਰਨ ਤੋਂ ਬਚਾ ਲੈਣਗੇ। ਹੱਸੇ ਤੇ ਮਰਦ ਤਾਂ ਨੇ, ਮੁਸਕਰਾਏ ਤੇ ਤਾਂ ਨੇ। ਗੁਰੂ ਪਾਤਸ਼ਾਹ ਪੁੱਛਦੇ ਆ, ਕਹਿੰਦੇ ਓ ਯੋਗੀ ਲੰਗਰਨਾਥ ਤੂੰ ਸਿਆਣਾ ਬੜਾ ਹੈ, ਜਰਾ ਸਾਨੂੰ ਇਹ ਵੀ ਦੱਸ ਦੇ ਕਿਹੜੀ ਵਸਤੂ ਮਰਦੀ ਹੈ। ਉਹਨੇ ਮੌਤ ਦਾ ਕਨਸੈਪਟ ਛੇੜਿਆ, ਮਰਨ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਕਿਰਪਾ ਕਰਕੇ ਜਰਾ ਸਾਨੂੰ ਸਮਝਾ ਤੇ ਜਾ, ਕਿਉਂਕਿ ਤੇਰਾ ਗੁਰੂ ਤੇ ਮੌਤ ਤੋਂ ਰਹਿਤ ਕਰਦਾ ਹੈ, ਅਮਰ ਬਣਾ ਦਿੰਦਾ ਏ, ਤੇ ਸਾਨੂੰ ਇਹ ਤੇ ਦੱਸ ਵੀ ਮਰਦਾ ਕੌਣ ਹੁੰਦਾ ਏ। ਦੇਹ ਪੰਜ ਭੂਤ ਕੀ ਹੈ, ਪੰਚੋ ਮੈਂ ਨ ਮਰੇ ਕੋ, ਜੇ ਕੋ ਮਰ ਜਾਤ ਤਾਂ ਕੋ ਦੀਜੀਏ ਸੁਣਾਏ ਕੇ। ਆਇਆ ਤਾਂ ਸੀਓ ਸਤਿਗੁਰਾਂ ਨੂੰ ਸਵਾਲ ਕਰਕੇ ਹਰਾਉਣ ਲਈ ਗੁਰੂ ਪਾਤਸ਼ਾਹ ਜੀ ਨੇ ਇੱਕੋ ਵਾਰ 'ਚ ਹੀ ਸਵਾਲ ਕਰਤਾ। ਕਹਿੰਦੇ ਦੱਸ ਮੈਂ ਕੌਣ ਆ ਤੇ ਤੂੰ ਕੌਣ ਹੈ, ਕੌਣ ਮਰਦਾ ਹੈ। ਆਪਾਂ ਕਹਿੰਦੇ ਫਲਾਣਾ ਸਿੰਘ ਮਰ ਗਿਆ, ਪਰ ਨਹੀਂ। ਕੱਲ ਵੀ ਆਪ ਜੀ ਨੇ ਸੁਣਿਆ ਬਾਣੀ ਕਹਿੰਦੀ ਕੌਣ ਬੁਆ ਰੇ ਕੌਣ ਬੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਜਨਤ ਦਇਆ। ਸਾਹਿਬ ਕਹਿੰਦੇ ਪੰਜ ਤੱਤ ਮਰਦੇ ਨਹੀਂ, ਮਿੱਟੀ ਪਾਣੀ ਅੱਗ ਆਕਾਸ਼ ਤੇ ਹਵਾ, ਪਰ ਤੁਸੀਂ ਕਹਿੰਦੇ ਹੋ ਸਾਡਾ ਗੁਰੂ ਮਰਨ ਤੋਂ ਬਚਾ ਲੈਂਦਾ। ਮਨੁੱਖ ਦੇ ਖਤਮ ਹੋਇਆਂ ਤੋਂ ਬਾਅਦ ਅੱਗ ਚ ਅੱਗ ਮਿਲ ਜਾਂਦੀ, ਪਾਣੀ ਚ ਪਾਣੀ ਮਿਲ ਜਾਂਦਾ, ਮਿੱਟੀ ਚ ਮਿੱਟੀ, ਆਕਾਸ਼ ਚ ਆਕਾਸ਼, ਹਵਾ ਚ ਹਵਾ। ਸਿੱਧਾ ਜਰਾ ਦੱਸਦੇ ਸਹੀ ਮਰਦਾ ਕੌਣ ਹੈ, ਕਿਉਂਕਿ ਨਾ ਮੈਂ ਪਾਣੀ ਹਾਂ, ਨਾ ਮੈਂ ਅੱਗ ਹਾਂ, ਨਾ ਆਕਾਸ਼ ਹਾਂ, ਨਾ ਮਿੱਟੀ ਹਾਂ, ਨਾ ਪਤਾਲ, ਕਿਤੇ ਹੈ ਹੀ ਨਹੀਂ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਨਾ ਉਹ ਆਪਣੇ ਭੰਬਲ ਕੂਸੇ ਪੈ ਗਿਆ ਵੀ ਇਹ ਕੀ। ਮੈਂ ਤੇ ਕਿਹਾ ਸੀ ਮੇਰਾ ਗੁਰੂ ਮਰਨ ਤੋਂ ਬਚਾ ਲੈਂਦਾ ਹੈ, ਮਰਨ ਤੋਂ ਬਚਣ ਵਾਲਿਆਂ ਨੂੰ ਇਹ ਤੇ ਪਤਾ ਹੋਣਾ ਚਾਹੀਦਾ ਵੀ ਮਰਨਾ ਕੀ ਹੈ ਤੇ ਬਚਣਾ ਕੀ ਹੈ। ਬਚਣਾ ਕੀ ਹੁੰਦਾ, ਸਤਿਗੁਰ ਕਹਿੰਦੇ ਆ ਸਰੀਰ ਤੇ ਅਸੀਂ ਹੈ ਹੀ ਨਹੀਂ, ਕਿਉਂਕਿ ਸਿੱਧ ਤੇ ਸਰੀਰਾਂ ਦਾ ਮਾਣ ਚੁੱਕੀ ਫਿਰਦੇ ਆ ਨਾ। ਗੁਰੂ ਪਾਤਸ਼ਾਹ ਕਹਿੰਦੇ ਆ ਸਰੀਰ ਅਸੀਂ ਨਹੀਂ ਤੇ ਮਿੱਟੀ ਵੀ ਨਹੀਂ ਹੈ, ਇਹ ਤੇ ਇਸੇ ਧਰਤੀ ਦੀ ਸਮੱਗਰੀ ਹੈ। ਸਥੂਲ ਸਰੀਰ ਅੰਨ ਪਾਣੀ ਭੋਜਨ ਇਹਨਾਂ ਚੀਜ਼ਾਂ ਤੋਂ ਬਣਿਆ ਹੋਇਆ ਹੈ, ਤੇ ਇਹੀ ਸਾਡੀਆਂ ਖੁਰਾਕਾਂ ਨੇ। ਜੋ ਅਸੀਂ ਖਾ ਰਹੇ ਹਾਂ ਧਰਤੀ ਚੋਂ ਉਪਜਦਾ, ਜੋ ਅਸੀਂ ਪਹਿਨ ਰਹੇ ਹਾਂ ਧਰਤੀ ਚੋਂ ਨਿਕਲਦਾ। ਸਾਡਾ ਆਪਣਾ ਤੇ ਕੁਝ ਹੈ ਨਹੀਂ। ਪੰਜੇ ਤੱਤਾਂ 'ਚ ਪੰਜੇ ਤੱਤ ਸਮਾ ਜਾਂਦੇ ਨੇ। ਲੰਗਰਨਾਥ ਦੱਸ ਮਰਿਆ ਕੌਣ ਹੈ, ਕਿਉਂਕਿ ਤੂੰ ਸਾਨੂੰ ਮੁਕਤ ਕਰਨ ਆਇਆ, ਮੌਤ ਤੋਂ ਬਚਾਉਣ ਆਇਆ। ਪਹਿਲਾਂ ਇਹ ਤੇ ਦੱਸ ਜਾ ਵੀ ਮਰਨਾ ਕਿਹਨੇ ਹੈ। ਸਤਿਗੁਰ ਕਹਿੰਦੇ ਆ ਸਰੀਰ ਅਸੀਂ ਨਹੀਂ ਹਾਂ, ਆਪਾਂ ਸਰੀਰ ਥੋੜੀ ਆ। ਗੁਰੂ ਪਾਤਸ਼ਾਹ ਲਿਖਦੇ ਆ, ਕਹਿੰਦੇ ਓਏ ਸੱਜਣਾ ਕਿੰਨੇ ਕੁ ਸਰੀਰ ਧਾਰਨ ਕੀਤੇ ਹੋ, ਕਿੰਨੀ ਵਾਰ ਤੂੰ ਕਿੰਨੀਆਂ ਜੂਨਾਂ 'ਚ ਪਿਆ ਹੋਵੇਗਾ। ਇੱਕ ਵਾਰ ਨਹੀਂ, ਬੇਅੰਤ ਸ਼ਬਦਾਂ ਵਿੱਚ ਸਤਿਗੁਰ ਲਿਖਦੇ ਨੇ, ਕਹਿੰਦੇ ਲੱਖਾਂ ਜੂਨਾਂ ਤੇਰੀਆਂ ਧਰਤੀ ਤੇ ਹਨ, ਸਭ ਦੇ ਸਰੀਰਾਂ ਵਿੱਚ ਆਇਆ। ਜੇ ਤੂੰ ਮਨੁੱਖਾ ਸਰੀਰ 'ਚ ਆਇਆ ਤੂੰ ਮਨੁੱਖ ਥੋੜੀ ਹੈ, ਜੇ ਤੂੰ ਪਸ਼ੂਆਂ ਦੇ ਸਰੀਰ ਵਿੱਚ ਆਇਆ ਤੂੰ ਪਸ਼ੂ ਥੋੜੀ ਹੈ। ਤੇਰਾ ਸਰੂਪ ਕੀ ਹੈ, ਉਹ ਤੇਰੀ ਆਤਮਾ ਹੈ, ਜਿਹਨੂੰ ਪਰਮਾਤਮਾ ਕਹਿੰਦੇ। ਬਚਨ ਸਤਿਗੁਰਾਂ ਦੇ ਸੁਣ ਕੇ ਨਾ ਉਹ ਸੁਣ ਜਿਹਾ ਹੋਣ ਲੱਗ ਗਿਆ।
ਵੀ ਮੈਂ ਤੇ ਕਿਹਾ ਸੀ ਮੇਰਾ ਗੁਰੂ ਮੌਤ ਤੋਂ ਬਚਾ ਲੈਂਦਾ, ਇਹ ਕਹਿੰਦੇ ਮੌਤ ਆਉਂਦੀ ਕਿਹਨੂੰ ਆ ਦੱਸ? ਕੋਈ ਵੀ ਨਹੀਂ। ਪਵਨ ਹੈ ਮੈਂ ਪਵਨ ਸਮਾਇਆ। ਗੁਰੂ ਪਾਤਸ਼ਾਹ ਕਹਿੰਦੇ ਲੰਗਰ ਨਾਲ ਸਾਡੀ ਗੱਲ ਦਾ ਜਵਾਬ ਦੇ ਦੇ, ਤੇਰੇ ਗੁਰੂ ਨੂੰ ਗੁਰੂ ਮੰਨਾਂਗੇ। ਆਤਮਾ ਤੋਂ ਨਿਤ ਕਾਬੇ ਹੋਤ ਨਹੀਂ ਮ੍ਰਿਤ ਤਾਂ ਕੇ, ਭਇਓ ਜੀਵ ਸਤ ਚਿਦਾਨੰਦ ਕੋ ਭੁਲਾਏ ਕੈ। ਆਤਮਾ ਤੇ ਪਰਮਾਤਮਾ ਹੈ, ਜੋ ਆਤਮਾ ਸਾਡੇ ਵਿੱਚ ਆ ਉਹ ਤੇਰੇ ਵਿੱਚ ਵੀ ਹੈ, ਤੂੰ ਤੇ ਵੱਖ ਨਹੀਂ ਹੈ। ਤੇਰੀ ਮੇਰੀ ਤੇ ਸਭ ਦੀ ਅੰਸ਼ ਪਰਮਾਤਮਾ ਹੈ ਤੇ ਪਰਮਾਤਮਾ ਦਾ ਸਰੂਪ ਅਸੀਂ ਹਾਂ, ਸਾਡੇ ਤੇ ਉਹਦੇ ਵਿੱਚ ਫਰਕ ਕੋਈ ਨਹੀਂ। ਇਸ ਗੱਲ ਦਾ ਵੀ ਜਵਾਬ ਨਹੀਂ ਆ ਰਿਹਾ, ਕਿਉਂਕਿ ਸਤਿਗੁਰ ਕਹਿੰਦੇ ਨਾਮ ਹੈ ਸਥੂਲ ਸਰੀਰ ਆ ਜੋ ਪੰਜਾਂ ਤੱਤਾਂ ਤੋਂ ਬਣਿਆ। ਜੇ ਇਹ ਮੈਂ ਹੁੰਦਾ ਫਿਰ ਤੇ ਮੈਂ ਮਰ ਜਾਣਾ ਸੀ। ਨਹੀਂ, ਅੱਗ 'ਚ ਅੱਗ, ਪਾਣੀ 'ਚ ਪਾਣੀ, ਆਕਾਸ਼ 'ਚ ਆਕਾਸ਼ ਸਮਾ ਗਿਆ, ਇਸੇ ਤੋਂ ਹੀ ਪੈਦਾ ਹੋਇਆ ਸੀ। ਇਹ ਤੱਤ ਵੀ ਨਹੀਂ ਮਰੇ। ਕਦੇ ਮਨੁੱਖ ਮਰੇ ਤੋਂ ਹਵਾ ਖਤਮ ਹੋਈ, ਕਦੇ ਸਰੀਰ ਮਰਿਆ ਤੋਂ ਮਿੱਟੀ ਖਤਮ ਹੋਈ ਹੈ? ਨਹੀਂ, ਕਦੇ ਵੀ ਨਹੀਂ। ਫਿਰ ਮੌਤ ਕਿਹਨੂੰ ਕਹਿੰਦੇ ਆ? ਇੱਕ ਪਰਿਵਰਤਨ ਦਾ ਨਾਮ ਮੌਤ ਹੈ। ऐसे कर हम बहुत बसाए जब हम गर्भ जोन होए आए। ਭਗਤ ਕਹਿੰਦੇ ਇਹੋ ਜਿਹੇ ਘਰ ਅਸੀਂ ਪਤਾ ਨਹੀਂ ਕਿੰਨੇ ਵਸਾਏ ਆ, ਜਿਸ ਮਕਾਨ ਵਿੱਚ ਆਪਾਂ ਰਹਿੰਦੇ ਆ, ਜਿਸ ਕੋਠੀ 'ਚ ਆਪਾਂ ਰਹਿੰਦੇ ਆ, ਕਿ ਮੈਂ ਕੋਠੀ ਹਾਂ? ਨਹੀਂ ਨਾ। ਕੱਲ ਤੱਕ ਉਹ ਸਾਡੀ ਹੈ, ਅੱਜ ਉਹ ਸਾਡੀ ਹੈ, ਕੱਲ ਕੋਈ ਹੋਰ ਖਰੀਦ ਸਕਦਾ ਹੈ। ਜਿਵੇਂ ਇੱਕ ਮਕਾਨ, ਇੱਕ ਕੋਠੀ ਮਨੁੱਖ ਨਹੀਂ ਹੈ, ਪਰ ਨਾਮ ਬਾਹਰ ਮਨੁੱਖ ਦਾ ਲਿਖਿਆ, ਇਸ ਕੋਠੀ ਦਾ ਮਾਲਕ ਫਲਾਣਾ, ਇਹਦੀ ਰਜਿਸਟਰੀ ਫਲਾਣੇ ਕੋਲੇ ਹੈ। ਪਰ ਇੱਕ ਵਕਤ ਆਉਂਦਾ ਹੈ ਉਹ ਘਰ ਬੇਗਾਨਾ ਹੋ ਜਾਂਦਾ। ਜੋ ਕਦਰੀਜਾਂ ਨਾਲ ਬਣਾਇਆ ਸੀ ਆਪਣੇ ਹੱਥੀ ਵੇਚਣਾ ਪੈ ਜਾਂਦਾ, ਢਾਉਣਾ ਪੈ ਜਾਂਦਾ। ਸਤਿਗੁਰ ਕਹਿੰਦੇ ਆਤਮਾ ਪਰਮਾਤਮਾ ਇੱਕ ਸਰੂਪ ਹੈ। ਮੈਨੂੰ ਇਸ ਗੱਲ ਦਾ ਜਵਾਬ ਦੇ ਜਾ ਵੀ ਤੂੰ ਕੌਣ ਆ ਤੇ ਮੈਂ ਕੌਣ ਆ। ਭੇਦ ਦੱਸ ਇਹਦਾ। ਉਹਨੂੰ ਸਮਝ ਹੀ ਨਹੀਂ ਆਈ ਗੱਲ, ਕਿਉਂਕਿ ਗੱਲ ਬਹੁਤ ਗਹਿਰੀ ਸੀ। ਮਰਦ ਕਹਿੰਦੇ ਜਦੋਂ ਤੈਨੂੰ ਇਸੇ ਗੱਲ ਦਾ ਤੇ ਤੇਰੇ ਗੁਰੂ ਨੂੰ ਨਹੀਂ ਪਤਾ ਵੀ ਮੌਤ ਹੈ ਕੀ ਤੇ ਬਚਾਊ ਕੀ। ਜਿਹਨੂੰ ਮੌਤ ਦਾ ਗਿਆਨ ਹੀ ਨਹੀਂ, ਮੌਤ ਕਿਹਨੂੰ ਕਹਿੰਦੇ ਆ? ਦੁਨੀਆ ਮੌਤ ਤੋਂ ਡਰਦੀ ਹੈ, ਪਰ ਧਰਮ ਡਰ ਖਤਮ ਕਰਦਾ ਹੈ। ਕਿਉਂ? ਕਿਉਂਕਿ ਧਰਮ ਕਹਿੰਦਾ ਮੌਤ ਕੁਛ ਵੀ ਨਹੀਂ, ਸਿਰਫ ਸੱਚ ਹੈ, ਇੱਕ ਪਰਿਵਰਤਨ ਹੈ, ਇੱਕ ਤਬਦੀਲੀ ਹੈ। ਮੌਤ ਨਾ ਆਵੇ ਤੇ ਮਨੁੱਖ ਦਾ ਸਰੀਰ ਕਿਸੇ ਕੰਮ ਦਾ ਨਹੀਂ ਹੈ। ਉਮਰ ਵੱਧਦੀ ਜਾਏ, ਇੱਕ ਸਮਾਂ ਐਸਾ ਆ ਜਾਂਦਾ ਉਹ ਆਪ ਕਹਿੰਦਾ ਰੱਬਾ ਮੌਤ ਹੀ ਦੇ ਦੇ, ਮੰਗਦੀ ਹੈ ਦੁਨੀਆ। ਸਰੀਰ ਬਸ ਹੋ ਜਾਂਦਾ ਹੈ, ਕਿਸੇ ਕੰਮ ਨਹੀਂ ਆਉਂਦਾ। ਗੁਰੂ ਸਾਹਿਬ ਕਹਿੰਦੇ ਐਡੀਆਂ ਲੰਮੀਆਂ ਉਮਰਾਂ ਕਰ ਲੀਆਂ, ਸਰੀਰ ਵਧਾਈ ਬੈਠੇ ਹੋ, ਤੁਸੀਂ ਅਜੇ ਵੀ ਕਹਿੰਦੇ ਹੋ ਵੀ ਮੌਤ ਤੋਂ ਬਚਾ ਲਾਂਗੇ। ਕੌਣ ਬਚਿਆ ਇੱਥੇ? ਮੌਤ ਇਹ ਤੇ ਅਟਲ ਸਚਾਈ ਹੈ। ਲੰਗਰਨਾਥ ਤੂੰ ਇੰਨਾ ਹੀ ਦੱਸ ਵੀ ਆ ਜਿਹੜੇ ਪੰਜ ਤੱਤ ਨੇ ਕੀ ਮੇਰਾ ਰੂਪ ਹਨ? ਉਹਨੇ ਸਿਰ ਹਿਲਾਇਆ ਨਹੀਂ। ਫਿਰ ਕਹਿੰਦੇ ਮਰੂ ਕੌਣ? ਬਾਣੀ ਸਪਸ਼ਟ ਪੁਕਾਰ ਕੇ ਕਹਿੰਦੀ ਕੌਣ ਗੁਆਰੇ ਕੌਣ? ਕਿਉਂਕਿ ਅੱਗ, ਪਾਣੀ, ਹਵਾ, ਆਕਾਸ਼, ਮਿੱਟੀ ਇਹ ਨਹੀਂ ਮਰੇ। ਤੇ ਆਪਾਂ ਕਹਿੰਦੇ ਮਨੁੱਖ ਮਰ ਗਿਆ, ਨਹੀਂ, ਮਨੁੱਖ ਚੋਂ ਤੇ ਕੁਛ ਨਿਕਲਿਆ, ਉਹ ਹੈ ਰੂਹ, ਉਹਦੀ ਆਤਮਾ। ਉਹ ਤੇ ਸਾਰਿਆਂ 'ਚ ਹੀ। ਤਬਦੀਲੀ ਕਿਹੜੀ ਹੋਈ? ਫਰਕ ਕੀ ਹੋਇਆ? ਫਰਕ ਇੰਨਾ ਹੋਇਆ ਮਨੁੱਖ ਦੇ ਵਿੱਚੋਂ ਸੂਖਸ਼ਮ ਤੇ ਕਾਰਨ ਸਰੀਰ ਨਿਕਲ ਗਏ। ਇਹਨਾਂ ਦਾ ਵੱਖ ਹੋਣਾ ਹੀ ਮੌਤ ਹੁੰਦੀ। ਆਖੋ ਸਤਿਨਾਮ। ਕਿਸੇ ਤੱਤ ਦਾ ਖਤਮ ਹੋਇਆ ਮੌਤ ਨਹੀਂ। ਇਸੇ ਕਰਕੇ ਸਰੀਰ ਨੂੰ ਮਿੱਟੀ ਵਿੱਚ ਸਾੜ ਦਿਓ, ਪਾਣੀ 'ਚ ਡੋਬ ਦਿਓ, ਅੱਗ 'ਚ ਸਾੜ ਦਿਓ, ਮਿੱਟੀ 'ਚ ਦੱਬ ਦਿਓ, ਰੌਲਾ ਕੋਈ ਨਹੀਂ। ਕਿਉਂਕਿ ਵਿੱਚੋਂ ਨਿਕਲਣ ਵਾਲਾ ਸੂਖਸ਼ਮ ਸਰੀਰ ਸੀ, ਉਹ ਛੱਡ ਕੇ ਤੁਰ ਜਾਂਦਾ ਏ। ਬਾਦ ਹੈ ਕਹਿਨ ਤੇਰੇ ਭਇਓ ਮ੍ਰਿਤ ਕੌਣ ਹੀਰੇ, ਉਤਰ ਨ ਆਏ ਪੂਛ ਗੋਰਖ ਕੋ ਜਾਏ ਕੈ। ਸਤਿਗੁਰ ਕਹਿੰਦੇ ਆਇਆ ਤੂੰ ਸਾਡੇ ਨਾਲ ਝਗੜਾ ਕਰਨਾ, ਸਾਨੂੰ ਹਰਾਉਣਾ, ਤੈਨੂੰ ਇਹ ਨਹੀਂ ਪਤਾ ਵੀ ਮੌਤ ਕਿਹਨੂੰ ਕਹਿੰਦੇ। ਤੇ ਕਿੰਨੀ ਲਾਭਾ ਹੋਈ ਹੋਣੀ ਉਸ ਸਿੱਧ ਦੀ, ਕਿੰਨਾ ਬੇਇੱਜ਼ਤ ਫੀਲ ਕਰਦਾ ਹੋਣਾ ਆਪਣੇ ਆਪ ਨੂੰ। ਮਰਦ ਕਹਿੰਦੇ ਜਦੋਂ ਪਤਾ ਹੀ ਕੱਖ ਦਾ ਨਹੀਂ ਤੇ ਸਮਝਾਉਣ ਤੁਰ ਪਿਆ। ਜਾ ਆਪਣੇ ਗੁਰੂ ਗੋਰਖ ਨੂੰ ਪੁੱਛ ਗਿਆ। ਇਹਦਾ ਭਾਵ ਕੀ ਹੁੰਦਾ? ਵੀ ਤੈਨੂੰ ਕੱਖ ਵੀ ਨਹੀਂ ਹੁੰਦਾ, ਪੁੱਛ ਕੇ ਆ ਜਾ। ਇੱਕ ਬੱਚਾ ਕਈ ਵਾਰ ਕਿਸੇ ਦੁਕਾਨ ਤੇ ਕੁਝ ਲੈਣ ਆਵੇ, ਉਹ ਆ ਕੇ ਵਿਚਾਰਾ ਭੁੱਲ ਜੇ, ਤੇ ਫਿਰ ਉਸ ਵੇਲੇ ਦੁਕਾਨਦਾਰ ਕਹਿੰਦਾ ਜਾ ਆਪਣੇ ਮੰਮੀ ਪਾਪਾ ਨੂੰ ਪੁੱਛ ਕੇ ਆ, ਤੂੰ ਲੈਣ ਕੀ ਆਇਆ, ਪੈਸੇ ਤੇ ਲੈ ਆਇਆ।
ਦੁਬਾਰਾ ਪੁੱਛ ਕੇ ਉਹ ਕੀ ਹੈ? ਮਾਸੂਮੀਅਤ, ਅਣਜਾਣ ਹੋਣਾ, ਕੁਛ ਜਾਣਦਾ ਨਹੀਂ ਹੈ। ਸਤਿਗੁਰ ਕਹਿੰਦੇ ਆਪਣੇ ਗੁਰੂ ਗੋਰਖ ਨੂੰ ਪੁੱਛ ਕੇ ਆਈ, ਆ ਕੇ ਸਾਨੂੰ ਦੱਸੀ ਵੀ ਇੰਨਾ ਹੀ ਜਵਾਬ ਦੇ ਦੇ, ਮੌਤ ਹੁੰਦੀ ਕੀ ਹੈ? ਬਚਣਾ ਬਚਾਉਣਾ ਦੂਰ ਦੀਆਂ ਗੱਲਾਂ। ਲੰਗਰਨਾਥ ਨੇ ਨਾ ਸ਼ਰਮ ਨਾਲ ਸਿਰ ਨੀਵਾਂ ਕਰ ਲਿਆ ਵੀ ਇਹਨਾਂ ਨੂੰ ਮੈਂ ਕੀ ਝੁਕਾ ਲੂੰਗਾ, ਜਿਨ੍ਹਾਂ ਦਾ ਇੱਕ ਸਵਾਲ ਮੇਰੇ ਲਈ ਮੁਸੀਬਤ ਬਣ ਗਿਆ ਏ। ਸਵਈਆ ਲੰਗਰ ਧੂਸ਼ਣ ਹੋਏ ਗਇਓ, ਬਿਰਤੰਤ ਸਮੇਰ ਪੈ ਜਾਏ ਸੁਨਾਵਾ। ਉਹਨੇ ਸਿਆਣਪੇ ਹੀ ਸਮਝੀ ਵੀ ਆਪਾਂ ਨੂੰ ਜਵਾਬ ਨਹੀਂ ਆਉਂਦਾ, ਸਾਹਮਣੇ ਘੁੱਗੂ ਵੱਟਾ ਬਣ ਕੇ ਖੜਨ ਦਾ ਤੇ ਫਾਇਦਾ ਹੀ ਕੋਈ ਨਹੀਂ। ਹੱਥ ਜੋੜੇ, ਮੱਥਾ ਟੇਕਿਆ, ਅਲੋਪ ਹੋ ਗਿਆ, ਰੂਪੋਸ਼ ਹੋ ਗਿਆ, ਸਿੱਧਾਂ ਦੀ ਮੰਡਲੀ ਚ ਆ ਗਿਆ। ਗੁਰੂ ਗੋਰਖ ਕਹਿੰਦਾ ਆਦੇਸ਼। ਹੁਣ ਨਹੀਂ ਬੋਲਿਆ ਆਦੇਸ਼, ਕਿਉਂਕਿ ਜੰਨੀ ਲਾਭ ਆਏ ਦੀ ਹੋ ਗਈ, ਗੁਰੂ ਦੀ ਥੋੜਾ ਕਰਾਉਣੀ। ਕਿਉਂਕਿ ਅਗਲਿਆਂ ਤੇ ਕਹਿਤਾ ਆਪਣੇ ਗੁਰੂ ਨੂੰ ਪੁੱਛ ਕੇ ਆ ਜਾ। ਜਿਹਨੇ ਤੈਨੂੰ ਮੱਤ ਦਿੱਤੀ, ਜਿਹਨੇ ਤੇਰੇ ਕੰਨ ਪਾੜੇ, ਜਿਹਨੇ ਤੈਨੂੰ ਅਕਲ ਦਿੱਤੀ, ਉਹਨੇ ਤੈਨੂੰ ਇਹ ਨਹੀਂ ਸਮਝਾਇਆ ਵੀ ਮੌਤ ਤੋਂ ਬਚੀ ਦਾ ਕਿਵੇਂ ਆ ਤੇ ਮੌਤ ਹੁੰਦੀ ਕੀ ਹੈ। ਤੁਸੀਂ ਕਿਸੇ ਗੱਲ ਦੀ ਗੱਲ ਕਰੋ, ਅਗਰ ਤੁਹਾਨੂੰ ਕੋਈ ਸਵਾਲ ਕਰੇ ਵੀ ਤੂੰ ਆ ਗੱਲਾਂ ਕਰਦਾ ਆ ਚੀਜ਼ ਬਾਰੇ, ਤੈਨੂੰ ਇਹ ਪਤਾ ਵੀ ਹੈ ਕੀ ਹੈ, ਬਣੀ ਕਿਸ ਚੀਜ਼ ਤੋਂ ਹੀ ਹੈ। ਤੁਸੀਂ ਕਿਸੇ ਵੀ ਮੈਟਲ ਦੀ ਗੱਲ ਕਰ ਲਓ, ਕਿਸੇ ਪ੍ਰੋਡਕਟ ਦੀ ਗੱਲ ਕਰ ਲਓ, ਠੀਕ ਆ, ਉਹਦੇ ਫਾਇਦੇ ਸਾਨੂੰ ਸਾਰਿਆਂ ਨੂੰ ਪਤਾ। ਕੋਈ ਮੈਡੀਸਨ ਦੀ ਗੱਲ ਕਰ ਲਓ, ਹਾਂਜੀ ਇਹਦੇ ਚ ਆਹ ਚੀਜ਼ ਪਾਈ ਹੈ, ਇੰਨੇ ਮਿਲੀਗ੍ਰਾਮ ਆਹ ਹੈ, ਇੰਨੇ mg ਇਹ ਹੈ। ਹੁਣ ਇਹ ਤੇ ਪਤਾ ਲੱਗ ਗਿਆ ਇਹਦੇ ਨਾਲ ਆਹ ਹੋ ਜੂ, ਇਹਦੇ ਨਾਲ ਆਹ ਹੋ ਜੂ। ਫਿਰ ਇਹ ਵੀ ਤੇ ਪਤਾ ਲਾਓ ਨਾ ਵੀ ਜੇ ਇੰਨਾ ਕੁਝ ਠੀਕ ਕਰਦੀ ਹੈ ਤੇ ਇਹ ਨੁਕਸਾਨ ਕੀ ਕਰਦੀ ਹੈ, ਜੇ ਕਰਦੀ ਹੈ ਤੇ ਕਿਉਂ ਕਰਦੀ ਹੈ। ਐਸਾ ਕਿਹੜਾ ਸਾਲਟ ਹੈ ਜੋ ਮਨੁੱਖ ਦੇ ਸਰੀਰ ਨੂੰ ਹਿਲਾ ਵੀ ਸਕਦਾ ਤੇ ਬਚਾ ਵੀ ਸਕਦਾ। ਜੇ ਕਿੰਨੀ ਮਾਤਰਾ 'ਚ ਵੱਧ ਹੋ ਗਿਆ ਤੇ ਤੇਰਾ ਬਲੱਡ ਗਰੁੱਪ ਇਹ ਹੋਇਆ, ਤੇਰੇ ਸਰੀਰ ਦੀ ਗਰਮੀ ਕੀ ਹੈ, ਨੁਕਸਾਨ ਕਰੂਗਾ। ਜਦ ਤੱਕ ਉਹਦੀ ਜੜ ਦਾ ਨਹੀਂ ਪਤਾ, ਤੁਸੀਂ ਕੀ ਦੱਸ ਸਕਦੇ ਹੋ। ਉਸੇ ਨੂੰ ਕਿਹਾ ਨੀਮ ਹਕੀਮ ਖਤਰਾ ਹੈ ਜਾ। ਮੈਂ ਕਹੀ ਜਾਵਾਂ ਆਓ ਨਾਮ ਜਪੋ, ਭਗਤੀ ਕਰੋ, ਭਗਤੀ ਕਰੋ, ਰੋਜ਼ ਕਹਾਂ ਕਹਿੰਦੇ ਨਹੀਂ ਆ। ਹੁਣ ਮੈਨੂੰ ਕੋਈ ਆ ਕੇ ਪੁੱਛੇ ਵੀ ਭਾਈ ਸਾਹਿਬ ਇੱਕ ਗੱਲ ਦੱਸੋ, ਨਾਮ ਕੀ ਹੁੰਦਾ ਹੈ, ਮੇਰੇ ਕੋਲ ਕੀ ਜਵਾਬ? ਮੈਂ ਹੀ ਕਹੂੰਗਾ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇਹ ਹੈ ਨਹੀਂ। ਇਹ ਦੱਸੋ ਨਾਮ ਹੈ ਕੀ? ਜਪਣਾ ਜਪਾਉਣਾ ਤੇ ਬੜੀ ਦੂਰ ਦੀ ਗੱਲ ਹੈ। ਮੰਨ ਲਓ ਮੈਂ ਗੱਡੀ ਚਲਾਉਣੀ ਸਿੱਖ ਲਈ, ਮੈਨੂੰ ਚਲਾਉਣੀ ਵੀ ਆਉਂਦੀ ਹੈ, ਭਜਾਉਣੀ ਵੀ ਆਉਂਦੀ, ਸਾਰਾ ਕੁਝ ਆਉਂਦਾ ਹੈ, ਪਰ ਮੈਨੂੰ ਇਹ ਨਹੀਂ ਪਤਾ ਚ ਬੈਲਟਾਂ ਕਿੰਨੀਆਂ ਨੇ, ਗੇਅਰ ਬਾਕਸ ਕੰਮ ਕਿਵੇਂ ਕਰਦਾ ਹੈ, ਕਿਹੜਾ ਸੈਟਅਪ ਕੀ ਹੈ, ਗੁਰੂਤਾਕਰਸ਼ਣ ਇਹਦੇ ਚ ਕਿੱਥੇ ਵਰਕ ਕਰਦਾ ਹੈ, ਕਿੰਨੇ ਫਿਲਟਰ ਨੇ। ਫਿਰ ਤੇਰਾ ਚ ਖਰਾਬ ਹੋ ਗਈ ਤੇ ਬੁਲਾਉਣਾ ਹੀ ਪੈਣਾ ਨਾ ਦੂਜਾ। ਤੇ ਜਿਹਨੂੰ ਪਤਾ ਹੈ ਉਹਨੂੰ ਸਭ ਪਤਾ ਵੀ ਇਸ ਵੇਲੇ ਆਵਾਜ਼ ਆਉਂਦੀ ਹੈ, ਇਸ ਵੇਲੇ ਆਹ ਚੀਜ਼ ਹੋ ਰਹੀ ਹੈ, ਕਿੱਥੇ ਪ੍ਰੋਬਲਮ ਹੈ, ਉਹ ਸਮਝਦਾ। ਜਪਾਈ ਚਲੋ ਲੋਕਾਂ ਨੂੰ ਨਾਮ ਪਤਾ ਹੀ ਨਾਮ ਕੀ ਹੈ, ਤੇ ਫਿਰ ਉਹ ਲੋਕ ਤੁਹਾਨੂੰ 20 ਸਾਲ ਪਹਿਲਾਂ ਵੀ ਗੁਰਦੁਆਰਿਆਂ 'ਚ ਘੁੰਮਦੇ ਮਿਲਦੇ ਤੇ 25 ਸਾਲ ਬਾਅਦ ਵੀ ਮਿਲਣਗੇ। ਦੱਸਿਆ ਜ਼ਰੂਰ ਹੈ ਜਪੋ, ਉਹ ਤੇ ਬਾਣੀ ਵੀ ਕਹਿੰਦੀ, ਸਾਰੇ ਧਰਮ ਕਹਿੰਦੇ ਆ। ਕਿਸੇ ਧਰਮ 'ਚ ਚਲੇ ਜਾਓ, ਹਰ ਕੋਈ ਕਹਿੰਦਾ ਭਗਤੀ ਕਰੋ ਜੀ, ਚੰਗੇ ਕੰਮ ਕਰੋ, ਨਾਮ ਜਪੋ, ਸੇਵਾ ਕਰੋ, ਪਰ ਗੁਰਬਾਣੀ ਤੋਂ ਬਿਨਾਂ ਕਿਸੇ ਨੇ ਨਹੀਂ ਦੱਸਿਆ ਨਾਮ ਕੀ ਹੈ, ਬੰਦਗੀ ਕੀ ਹੈ। ਗੁਰੂ ਕੀ ਬਾਣੀ ਤੋਂ ਬਿਨਾਂ ਕਿਸੇ ਵੇਦ ਗ੍ਰੰਥ ਨੇ ਨਹੀਂ ਦੱਸਿਆ। ਸਭ ਨੇ ਕਿਹਾ ਭਗਤੀ ਕਰੋ। ਹੁਣ ਆਪਾਂ ਕਥਾ ਸੁਣਦੇ ਹਾਂ, ਪਿੱਛੇ ਬੜੇ ਪਿਆਰ 'ਚ ਗੁਰੂ ਸਾਹਿਬ ਨੇ ਦੱਸਿਆ ਵੀ ਸੰਤੋਖ ਕੀ ਹੈ, ਕਿੰਨੇ ਤਰ੍ਹਾਂ ਦਾ ਹੁੰਦਾ। ਸੁਣਿਆ ਸੀ ਨਾ ਪਿੱਛੇ। ਲੋਭ ਕੀ ਹੈ, ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਕਾਮ ਕੀ ਹੈ, 8 ਪ੍ਰਕਾਰ ਦਾ ਹੁੰਦਾ ਹੈ। ਹੁਣ ਜਦੋਂ ਇਹ ਗੱਲ ਕਰ ਲਓ ਕਾਮ ਛੱਡ ਦੇ ਬਈ, ਇਹ ਦਿਮਾਗ ਖਰਾਬ ਕਰ, ਠੀਕ ਹੈ ਛੱਡਤਾ, ਕਿਵੇਂ ਛੱਡਤਾ ਜਦ ਪਤਾ ਹੀ ਨਹੀਂ ਕਿੰਨੀ ਤਰ੍ਹਾਂ ਦਾ ਹੈ। ਕ੍ਰੋਧ ਕੀ ਹੈ, ਕਿਵੇਂ ਛੱਡਤਾ, ਕਿਸ ਵੇਲੇ ਕਿਹੜੀ ਬਿਰਤੀ ਚੱਕ ਕੇ ਆਉਂਦਾ ਹੈ, ਛੱਡਿਆ ਕੀ ਹੈ, ਉਹ ਤੇ ਭਾਰੂ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਬਚਨ ਕਹਿਤਾ ਨਾ ਵੀ ਜਾ ਆਪਣੇ ਗੁਰੂ ਨੂੰ ਪੁੱਛ ਕੇ ਆ ਮੌਤ ਕੀ ਹੈ, ਕਿਉਂਕਿ ਉਹ ਕਹਿੰਦਾ ਸੀ ਤੁਹਾਨੂੰ ਮੇਰਾ ਗੁਰੂ ਮੌਤ ਤੋਂ ਬਚਾ ਲਏਗਾ। ਮਹਾਰਾਜ ਕਹਿੰਦੇ ਬਚਣ ਬਚਾਉਣ ਦੀਆਂ ਗੱਲਾਂ ਬਾਅਦ ਵਿੱਚ, ਉਹ ਪਹਿਲਾਂ ਪਤਾ ਕਰ ਵੀ ਮੌਤ ਕੀ ਹੁੰਦੀ ਹੈ। ਸ਼ਰਮਿੰਦਾ ਹੋ ਗਿਆ ਜਦੋਂ ਗੁਰਖ ਨੇ ਪੁੱਛਿਆ, ਕਹਿੰਦਾ ਜੀ ਪਰੇ ਪਰੇ ਦੀਆਂ ਗੱਲਾਂ ਨੇ, ਉਹਨਾਂ ਨੂੰ ਮੈਂ ਨਹੀਂ ਹਰਾ ਸਕਦਾ, ਉਹ ਕਰਨੀ ਅਤੇ ਕਥਨੀ ਦੇ ਮੈਨੂੰ ਪੂਰੇ ਲੱਗਦੇ ਨੇ। ਗੋਰਖ ਨੇ ਤਬ ਇਸ ਦੀ ਕਰ, ਮੰਗਲਨਾਥ ਸਮੀਪ ਬੋਲਾਵਾ। ਗੋਰਖਨਾਥ ਜੀ ਜਾਣਦੇ ਸੀ ਵੀ ਗੁਰੂ ਨਾਨਕ ਪਾਤਸ਼ਾਹ ਕਹਿਣੀ ਕਥਨੀ ਦੇ ਪੂਰੇ ਨੇ। ਉਹ ਫਿਰ ਵੀ
ਆਪਣੇ ਸਿੱਧਾਂ ਦੀ ਤਸੱਲੀ ਕਰਾਉਂਦੇ ਆ ਤੇ ਇਹ ਵੀ ਚਾਹੁੰਦੇ ਆ ਅੰਦਰੋਂ ਵੀ ਜੇ ਕਿਤੇ ਬਾਬਾ ਨਾਨਕ ਮੰਨ ਜੇ, ਪੂਰੀ ਦੁਨੀਆ ਦੇ ਵਿੱਚ ਗੋਰਖਨਾਥਾ ਤੇਰੀ ਬੱਲੇ ਬੱਲੇ, ਕਹਿਣਗੇ ਨਾਨਕ ਦਾ ਗੁਰੂ ਹੈ। ਉੱਥੇ ਨੇ ਇੱਕ ਸਿੱਧ ਬੈਠਾ ਸੀ, ਉਹਦਾ ਨਾਂ ਹੈ ਮੰਗਲਨਾਥ। ਇਹ ਧਿਆਨ ਦੇ ਕੇ ਸੁਣਿਓ, ਆਹ ਜਿਹੜੇ ਸਿੱਧਾਂ ਦੇ ਨਾਮ ਆ ਰਹੇ ਹਨ ਇਹ ਬੜੇ ਹਰਮਨ ਪਿਆਰੇ ਆ ਸੱਚੀ। ਮੈਂ ਇੰਨਾ ਵੀ ਕਹਿ ਦਾਂ ਤੇ ਕੋਈ ਫਰਕ ਨਹੀਂ ਵੀ ਗੁਰੂ ਨਾਨਕ ਸਾਹਿਬ ਤੇ ਮੰਗਲਨਾਥ ਵਿੱਚ ਕੋਈ ਅੰਤਰ ਨਹੀਂ, ਫਰਕ ਨਹੀਂ ਤੇ ਕੋਈ ਅੱਤ ਕਥਨੀ ਨਹੀਂ ਹੈ ਸਿੱਧਾਂ ਵੀ। ਮੰਗਲਨਾਥ ਨੂੰ ਕੋਲ ਬਿਠਾ ਕੇ ਨਾ, ਕਿਉਂਕਿ ਸਿਆਣੇ ਨੇ ਮੰਗਲਨਾਥ ਉਮਰ ਹੰਢਾਈ ਹੋਈ ਹੈ, ਗੋਰਖਨਾਥ ਕਹਿੰਦੇ ਮੰਗਲਨਾਥ ਮੇਰੀ ਗੱਲ ਸੁਣ, ਆ ਜਿੰਨੇ ਸਿੱਧ ਜਾਂਦੇ ਆ ਖਾਲੀ ਪਰਤੇ ਆਉਂਦੇ ਨੇ। ਈਨ ਵੱਡੋ ਸਨਮਾਨ ਬਿਠਾਈ ਕੇ ਆਨੰਦ ਤੇ ਇਵ ਬੈਨ ਅਲਾਵਾ। ਬੜੇ ਸਤਿਕਾਰ ਨਾਲ ਮੰਗਲਨਾਥ ਨੂੰ ਆਪਣੇ ਕੋਲ ਗੋਰਖਨਾਥ ਜੀ ਬਿਠਾ ਕੇ ਹੱਥ ਜੋੜ ਕੇ ਕਹਿੰਦੇ ਆ ਵੀ ਮੇਰੇ ਤੋਂ ਜਰਿਆ ਨਹੀਂ ਜਾਂਦਾ ਜਦੋਂ ਇਹ ਸਿੱਧ ਨਾ ਬੇਇੱਜ਼ਤ ਹੋ ਕੇ ਆਉਂਦੇ ਆ। ਜਿੱਤ ਹਾਰ ਕਿਤੇ ਹੀ ਹੁੰਦਾ ਨਾ, ਜਿਹੜਾ ਜਿੱਤ ਜਾਂਦਾ ਉਹਦੀ ਟੌਰ ਬਣ ਜਾਂਦੀ, ਜਿਹੜਾ ਹਾਰ ਜਾਂਦਾ ਉਹ ਬਦਨਾਮ ਹੋ ਜਾਂਦਾ। ਲੋਕੀ ਗੱਲਾਂ, ਕੋਈ ਇਲੈਕਸ਼ਨ 'ਚ ਹਾਰ ਜੇ ਕਿੰਨੀ ਕੁ ਇੱਜ਼ਤ ਹੈ, ਹਰੇਕ ਬੰਦਾ ਕਹਿੰਦਾ ਲੈ ਰੌਲਾ ਇੰਨਾ ਪਾਇਆ ਸੀ ਪੱਲੇ ਕੱਖ ਨਹੀਂ ਸੀ, ਇੰਨੇ ਪੈਸੇ ਲਾ ਤੇ ਜਿਹੜਾ ਜਿੱਤ ਗਿਆ ਉਹ ਜਿੱਡਾ ਮਰਜ਼ੀ ਮਾੜਾ ਹੋਵੇ ਲੋਕੀ ਕਹਿੰਦੇ ਯਾਰ ਬੰਦਾ ਤੇ ਬੰਦਾ ਹੀ ਸਟਰੋਂਗ ਹੈ, ਬੜੀ ਲੰਬੀ ਸਟਰੈਂਥ ਸੀ ਇਸ ਬੰਦੇ ਦੀ, ਤਰੱਕੀ ਕਰ ਗਿਆ, ਅੱਗੇ ਜਾਊ, ਜਿੱਤੇ ਦੀਆਂ ਗੱਲਾਂ। ਪਰ ਮੇਰੇ ਸਤਿਗੁਰੂ ਜਿੱਤ ਹਾਰ ਦੀਆਂ ਗੱਲਾਂ ਨਹੀਂ ਕਰਦੇ। ਇਹ ਤੇ ਹਉਮੈ ਦਾ ਵਿਸ਼ਾ ਹੈ। ਤੁਸੀਂ ਕਿਸੇ ਨੂੰ ਹਰਾ ਦਿਓ, ਨੀਚਾ ਵਿਖਾ ਦਿਓ, ਤੁਹਾਡੇ ਅੰਦਰ ਹੰਕਾਰ ਆ ਗਿਆ, ਲੈ ਮੇਰੀ ਗੱਲ ਅੱਗੇ ਉਹਨੂੰ ਗੱਲ ਹੀ ਨਹੀਂ ਆਈ, ਮੈਂ ਬੋਲਿਆ ਡਰ ਗਿਆ ਮੈਥੋਂ, ਉਹ ਹਾਰ ਗਿਆ, ਮੈਂ ਜਿੱਤ ਗਿਆ। ਜਿੱਤ ਹਾਰ ਤੇ ਬੰਦੇ ਨੂੰ ਉੱਚਾ ਨੀਚਾ ਕਰਦੀ ਹੈ। ਹਾਰਿਆ ਹੋਇਆ ਟੁੱਟ ਜਾਂਦਾ, ਕਹਿੰਦਾ ਅੱਗੋਂ ਇਹ ਗਲਤੀ ਨਹੀਂ ਕਰਦਾ, ਮੈਨੂੰ ਤੇ ਸ਼ਰਮਿੰਦਗੀ ਹੋ ਰਹੀ ਹੈ। ਪਰ ਮੇਰੇ ਸਾਹਿਬਾਂ ਨੇ ਕਿਸੇ ਨੂੰ ਹਰਾਇਆ ਨਹੀਂ। ਇਹ ਸਿਰਫ ਇੱਧਰਲੇ ਪਾਸੇ ਹੀ ਹੈ ਸਿੱਧਾਂ 'ਚ ਵੀ ਗੁਰੂ ਨਾਨਕ ਸਾਹਿਬ ਤੋਂ ਇਹ ਹਾਰ ਕੇ ਆਈ ਜਾਂਦੇ ਨੇ, ਇਹ ਜਿੱਤਦੇ ਕਿਉਂ ਨਹੀਂ। ਹਾਰ ਕੇ ਆਵਤ ਸਿੱਧ ਸਭੈ ਅਬ ਜਾਨੋ ਤੁਮਾਰ ਬਨੇ ਤੀ ਥਾਵਾ। ਮੰਗਲਨਾਥ ਨੂੰ ਆਖਣ ਲੱਗਿਆ ਗੋਰਖਨਾਥ, ਕਹਿੰਦਾ ਜੇ ਤੁਸੀਂ ਕਿਰਪਾ ਕਰੋ ਤੁਸੀਂ ਜਾ ਆਓ, ਆ ਤੇ ਹਾਰ ਕੇ ਆ ਗਏ ਸਾਰੇ, ਗਏ ਸੀ ਜਿੱਤਣ ਵੱਡੀਆਂ ਗੱਲਾਂ ਕਰਕੇ। ਮੰਗਲਨਾਥ ਜੀ ਨੇ ਹੱਥ ਜੋੜ ਕੇ ਸਿਰ ਹਿਲਾਇਆ ਵੀ ਨਾ ਇੰਨੀ ਮੇਰੀ ਔਕਾਤ ਨਹੀਂ, ਆਖੋ ਸਤਿਨਾਮ। ਇਸੇ ਕਰਕੇ ਕਿਹਾ ਸੀ ਵੀ ਮੰਗਲਨਾਥ ਤੇ ਗੁਰੂ ਨਾਨਕ 'ਚ ਕੋਈ ਫਰਕ ਨਹੀਂ। ਕਹਿੰਦਾ ਗੁਰੂ ਜੀ ਬਖਸ਼ੋ, ਇੰਨੇ ਜੋਗਾ ਨਹੀਂ ਮੈਂ ਜਗਤ ਗੁਰੂ ਨਾਨਕ ਸਾਹਿਬ ਸੁਆਮੀ ਦੇ ਸਾਹਮਣੇ ਜਾ ਕੇ ਬੈਠ ਵੀ ਸਕਾਂ। ਭਈਆ ਮੰਗਲਨਾਥ ਨੇ ਬੂਜਨ ਕੀਨ ਪਠੋ ਕੇ ਹੋਤ ਕੋ ਦੇਹੋ ਬਤਾਏ। ਤੇ ਉਸ ਵੇਲੇ ਫੇਰ ਮੰਗਲਨਾਥ ਪੁੱਛਦੇ, ਕਹਿੰਦੇ ਕਿਸੇ ਹੋਰ ਨੂੰ ਭੇਜ ਲਓ, ਮੈਨੂੰ ਜ਼ਰੂਰੀ ਭੇਜਣਾ। ਗੋਰਖਨਾਥ ਕਹਿੰਦਾ ਨਹੀਂ ਜਾਣਾ ਪੈਣਾ। ਮੰਗਲਨਾਥ ਹੱਥ ਜੋੜ ਕੇ ਕਹਿੰਦੇ ਇਹ ਦੱਸੋ ਵੀ ਮੇਰੇ ਗਿਆ ਕੀ ਹੋਊਗਾ। ਗੋਰਖਨਾਥ ਕਹਿੰਦਾ ਹੋ ਸਕਦਾ ਹਾਰ ਸਕਦੇ ਆ। ਕਹਿੰਦਾ ਨਹੀਂ। ਕਿੰਨੇ ਜਾ ਆਏ ਹੁਣ ਤੱਕ, ਤੁਹਾਨੂੰ ਯਾਦ ਆ ਜੀ ਕਿੰਨੇ ਕੁ ਸਿੱਧ ਗਏ ਹੁਣ? ਤਕਰੀਬਨ 15-20 ਸਿੱਧ ਗੁਰੂ ਨਾਨਕ ਸਾਹਿਬ ਕੋਲ ਜਾ ਆਏ, ਆਪਣਾ ਫਾਂਡਾ ਕਰਾ ਗਿਆ, ਝੁਕਾਉਣ ਗਏ ਸੀ ਹੰਕਾਰ 'ਚ। ਮੰਗਲਨਾਥ ਕਹਿੰਦਾ ਗੁਰੂ ਜੀ ਛੱਡ ਦਿਓ ਇਹ ਗੱਲ, ਊਚ ਨੀਚ ਹਉਮੈ ਹੰਕਾਰ ਸਾਨੂੰ ਸ਼ੋਭਾ ਦਿੰਦਾ ਨਹੀਂ। ਰੂਪ ਸੁਭਾਏ ਬਲੋਕਣ ਕੋ ਤੇ ਕਹਿੰਦੋ ਕਹੋ ਉਪਦੇਸ਼ਨ ਤਾਈ। ਕਹਿੰਦੇ ਜੀ ਮੇਰੀ ਗੱਲ ਸੁਣੋ, ਮੰਗਲਨਾਥ ਆਖਦਾ ਜਿਨ੍ਹਾਂ ਦਾ ਰੂਪ, ਜਿਨ੍ਹਾਂ ਦਾ ਸੁਭਾਵ ਵੇਖ ਕੇ ਹਰ ਕੋਈ ਸਿੱਧ ਡੋਲ ਜਾਂਦਾ ਹੈ, ਬਦਲ ਜਾਂਦਾ ਹੈ। ਤੁਸੀਂ ਇਹ ਦੱਸੋ ਵੀ ਪ੍ਰਤਾਪ ਜਿਨ੍ਹਾਂ ਦਾ ਇੰਨਾ ਵੱਡਾ ਹੈ, ਗੁਰੂ ਜੀ ਤੁਸੀਂ ਬਦਲ ਸਕਦੇ ਹੋ ਉਹਨਾਂ ਨੂੰ? ਇਹ ਚੈਲੰਜ ਹੈ ਆਪਣੇ ਗੁਰੂ ਨੂੰ ਸਵਾਲ ਕਰਨਾ ਵੀ ਤੂੰ ਇੰਨੇ ਜੋਗਾ ਹੈ ਜਿੱਥੇ ਪੰਗੇ ਲੈਣਾ ਜਾ ਕੇ। ਕਹਿੰਦਾ ਗੁਰੂ ਜੀ ਰਹਿਣ ਦਿਓ, ਛੱਡੋ, ਤੁਸੀਂ ਨਾ ਗੁਰੂ ਨਾਨਕ ਸਾਹਿਬ ਨੂੰ ਅੰਡਰ ਐਸਟੀਮੇਟ ਕਰੋ। ਉਹ ਤੇ ਪਿਆਰੇ ਨੇ ਹਰਮਨ, ਕਿਸੇ ਨੂੰ ਕੁਛ ਨਹੀਂ ਕਹਿੰਦੇ। ਤੁਹਾਨੂੰ ਅੰਦਰੋਂ ਅੰਦਰ ਆਈ ਜਾਂਦਾ ਮੈਂ ਜਿੱਤ ਜਾ, ਉਹ ਹਾਰ ਜਾਣਗੇ, ਐਸਾ ਹੋਣਾ ਨਹੀਂ। ਗੋਰਖ ਜੋ ਸੁਣ ਕੇ ਮਨ ਮਾਹੀ ਵਿਚਾਰ ਕੇ ਬਾਣੀ ਸੋ ਐਸ ਅਲਾਈ। ਮੰਗਲਨਾਥ ਜੀ ਕਹਿੰਦੇ ਜਿਨ੍ਹਾਂ ਦੀ ਕਿਰਪਾ ਏਡੀ ਵੱਡੀ ਹੈ, ਜਿਨ੍ਹਾਂ ਦਾ ਪ੍ਰਤਾਪ ਇੰਨਾ ਵੱਡਾ ਵੀ ਤੁਹਾਡੀ ਸਿੱਧ ਮੰਡਲੀ ਅੱਧੀ ਠੰਡੀ ਹੋਈ ਬੈਠੀ ਇੱਕ ਪਾਸੇ, ਬੋਲਦਾ ਹੀ ਨਹੀਂ ਮੁੜ ਕੇ ਜਿਹੜਾ ਜਾ ਕੇ ਆਉਂਦਾ, ਵੀ ਆਪਾਂ ਦੀ ਉਹਨਾਂ ਨੂੰ ਨਾ ਛੇੜੀਏ ਤੇ ਚੰਗਾ ਨਹੀਂ। ਕਿੱਡੀ ਸਿਆਣਪ ਹੈ ਜੀ। ਇਹ ਸਿਆਣਪ ਕਿਵੇਂ ਆਈ ਹੈ?
ਬੰਦਗੀ ਕਰਕੇ ਆਉਂਦੀ, ਗੱਲਾਂ ਨਾਲ ਨਹੀਂ। ਗੱਲਾਂ ਨਾਲ ਕੋਈ ਸਿਆਣਾ ਨਹੀਂ ਹੁੰਦਾ। ਜਿੰਨੀ ਜਿੰਨੀ ਤੁਹਾਡੀ ਭਗਤੀ ਵਧੂਗੀ, ਤੁਹਾਡੇ 'ਚ ਓਨਾ ਬਚਪਨਾ ਦੇਖਿਆ ਜਾਏਗਾ। ਜੇ ਕੋਈ ਉਮਰ 50 ਸਾਲ ਦੀ ਹੈ, ਜੀਵਨ 'ਚ ਬਚਪਨਾ ਲੱਗਦਾ ਨਾ, ਬੱਚਿਆਂ ਵਾਲੀਆਂ ਹਰਕਤਾਂ, ਤੇ ਸਮਝੋ ਉਸ ਬੰਦੇ ਦੇ ਵਿੱਚ ਚੰਗੇ ਗੁਣ ਨੇ, ਉਹਦੀ ਭਗਤੀ ਹੈ, ਉਹਦੀ ਇਬਾਦਤ ਹੈ। ਉਮਰ ਛੋਟੀ ਹੋਵੇ ਤੇ ਸੜਿਆ ਪਿਆ ਹੋਵੇ, ਅੰਦਰ ਭੁੱਜਿਆ ਪਿਆ, ਤੇ ਸਮਝ ਲਓ ਵੀ ਉਹ ਬੰਦਾ ਆਪਣੇ ਪਾਪਾਂ ਦੀ ਭੱਠੀ ਵਿੱਚ ਆਪ ਹੀ ਭੁੱਜ ਰਿਹਾ। ਉਹ ਬਰਦਾਸ਼ਤ ਨਹੀਂ ਕਰ ਸਕਦਾ। ਉਹ ਕਹਿੰਦਾ ਬਸ ਜਿਵੇਂ ਸੇਵਾ ਮੱਚਦਾ ਤੇ ਮੈਨੂੰ ਮੱਚਣ ਦਿਓ, ਮੇਰੇ ਨੇੜੇ ਨਾ ਬੈਠੋ, ਮੈਨੂੰ ਬੁਲਾਓ ਨਾ, ਮੈਂ ਕਿਸੇ ਦਾ ਭਲਾ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਦੇ ਪਰਥਾਏ ਜਦੋਂ ਇਹ ਸ਼ਬਦ ਮੰਗਲਨਾਥ ਨੇ ਕਹਿ ਦਿੱਤੇ ਨਾ ਵੀ ਗੁਰੂ ਜੀ ਰਹਿਣ ਦਿਓ, ਮੈਂ ਤੇ ਨਹੀਂ ਜਾ ਸਕਦਾ। ਜੇ ਮੈਂ ਗਿਆ ਵੀ ਉਹਨਾਂ ਦੇ ਚਰਨ ਪਰਸਾਂਗਾ। ਜਿਉ ਤੁਮਰੇ ਮਨ ਮੈਂ ਅਬ ਲਾਖ, ਬਿਲੋਕ ਹੋ ਤਾਂ ਵਿਦ ਸੋ ਅਬ ਜਾਏ। ਪਰ ਜੇ ਗੁਰੂ ਜੀ ਤੁਹਾਡੇ ਮਨ ਵਿੱਚ ਇੱਛਾ ਹੀ ਹੈ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਵੇਖਣਾ, ਤੇ ਜਾ ਕੇ ਵੇਖ ਆਓ, ਦਰਸ਼ਨ ਕਰੇ ਆਓ। ਹੁਣ ਦਰਸ਼ਨ ਕਰਨ ਤੇ ਦੇਖਣ 'ਚ ਫਰਕ ਹੈ ਜੀ। ਬਾਣੀ ਦੋ ਚੀਜ਼ਾਂ ਲਿਖਦੀ ਹੈ, ਦਰਸ਼ਨ ਦੇਖਣ ਕਹਿਤਾ ਹੀ ਹੈ। ਕਈ ਆਪਾਂ ਅਰਥ ਕਰੀ ਜਾਂਦੇ ਆ ਵੀ ਦਰਸ਼ਨ ਤੇ ਦੇਖਣਾ ਇੱਕੋ ਚੀਜ਼, ਫਿਰ ਇੱਥੇ ਕਰੋ ਕੀ ਕਰੋਗੇ ਯਾਰ। ਮਹਾਰਾਜ ਕਹਿੰਦੇ ਦਰਸ਼ਨ ਦੇਖਣ ਕਹਿਤਾ ਹੀ, ਦੇਖਣਾ ਵੀ ਹੈ, ਦਰਸ਼ਨ ਵੀ ਕਰਨਾ ਹੈ। ਦਰਸ਼ਨ ਕੀ ਹੈ? ਦਰਸ਼ਨ ਦੇਖ ਜੀਵਾ ਗੁਰ ਤੇਰਾ। ਇੱਕ ਪਿਆਸ, ਇੱਕ ਤਲਬ। ਜਿਵੇਂ ਛੋਟਾ ਜਿਹਾ ਬੱਚਾ ਨੂੰ ਮਾਂ ਬਾਰ-ਬਾਰ ਵੇਖਦੀ ਹੈ, ਦੇਖਦੀ ਹੈ, ਪਰ ਇੱਕ ਪੁੱਤ ਜੋ ਬਹੁਤ ਬਹੁਤ ਚੰਗਾ ਹੈ, ਆਗਿਆਕਾਰੀ ਹੈ, ਤੇ ਉਹਦੀ ਝਲਕ ਕਿਤੇ ਫੋਟੋ ਤੇ ਵੀ ਪੈ ਜੇ ਤੇ ਮਾਂ ਅੰਦਰ ਖੁਸ਼ੀ ਆ ਜਾਂਦੀ ਹੈ। ਉਹ ਦਰਸ਼ਨ, ਗੁਰੂ ਦਾ ਦਰਸ਼ਨ ਕਰਿਆ ਅੰਦਰ ਖਿੜ ਜਾਂਦਾ ਹੈ। ਦੁਨੀਆ ਨੂੰ ਵੇਖ ਕੇ ਕਈ ਵਾਰ ਮਨ ਮੁਰਝਾ ਜਾਂਦਾ ਹੈ। ਸਾਹਿਬ ਨੇ ਦੋਨੇ ਵਚਨ ਲਿਖਦੇ, ਕਹਿੰਦੇ ਦਰਸ਼ਨ ਦੇਖਣ ਕਹਿ ਤਾਈ, ਕਹਿੰਦੇ ਦਰਸ਼ਨ ਨੂੰ ਦੇਖ ਦੇਖ ਕੇ ਜਿਉਣਾ। ਆਸ ਹੈ, ਤਾਂਗ ਹੈ, ਸਹਾਰਾ ਹੈ, ਉਹਨੂੰ ਕਹਿੰਦੇ ਦੇਖਣਾ ਤੇ ਦਰਸ਼ਨ ਕਰਨਾ। ਹੁਣ ਟੂਰਿਜ਼ਮ ਲੋਕ ਜਾਂਦੇ ਆ ਸੰਸਾਰੀ ਤੌਰ ਤੇ ਟੂਰ ਤੇ, ਉਹ ਕਹਿੰਦੇ ਅਸੀਂ ਆਹ ਵੇਖਿਆ, ਅਸੀਂ ਤਾਜ ਮਹਿਲ ਵੇਖਿਆ, ਤੇ ਹਰਿਮੰਦਰ ਸਾਹਿਬ, ਹਜੂਰ ਸਾਹਿਬ ਦੇ ਪਰਥਾਏ ਦੁਨੀਆ ਆਮ ਤੌਰ ਤੇ ਅਸੀਂ ਦਰਸ਼ਨ ਕਰਕੇ ਆਏ ਹਾਂ। ਸੱਚਖੰਡ ਸਾਹਿਬ ਦੇ, ਹਜੂਰ ਸਾਹਿਬ ਦੇ ਦਰਸ਼ਨ ਤੇ ਦੇਖਣ ਵਾਲੇ ਦਾ ਤੇ ਪਤਾ ਹੀ, ਜਿਹੜਾ ਕਹਿੰਦਾ ਨਾ ਮੈਂ ਅੱਜ ਹਰਿਮੰਦਰ ਸਾਹਿਬ ਦੇਖ ਕੇ ਆਇਆ, ਸਮਝੋ ਟਾਈਮ ਪਾਸ ਹੀ ਕਰਨ ਗਿਆ ਸੀ ਵਿਚਾਰਾ, ਅੱਕਿਆ ਫਿਰਦਾ ਕਰੋ, ਕਿਹਾ ਚੱਲ 15-20 ਦਿਨ ਇੱਧਰ ਨੂੰ ਲਾ ਆਉਂਦੇ ਆ। ਉਹ ਦਰਸ਼ਨ ਥੋੜੀ ਆ, ਦੁਖੀ ਹੈ। ਕਹਿੰਦਾ ਗੁਰੂ ਜੀ ਜੇ ਤੁਸੀਂ ਦਰਸ਼ਨ ਕਰਨੇ ਚਾਹੁੰਦੇ ਹੋ ਤੇ ਜਾਇਓ, ਵੇਖਣਾ ਚਾਹੁੰਦੇ ਹੋ ਵੇਖ ਵੀ ਆਓ। ਗੋਰਖਨਾਥ ਨੂੰ ਵੀ ਚੰਗਾ ਨਹੀਂ ਲੱਗਦਾ ਵੀ ਮੇਰੇ ਸਿੱਧ ਮੇਰੇ ਚੇਲੇ ਨੇ, ਮੈਂ ਗੁਰੂ ਆ ਤੇ ਮੈਨੂੰ ਮੇਰਾ ਚੇਲਾ ਸਮਝਾਵੇ। ਪਸੰਦ ਆ ਜੀ ਕਿਸੇ ਟੀਚਰ ਨੂੰ ਪਸੰਦ ਆ ਵੀ ਕੋਈ ਸਟੂਡੈਂਟ ਉੱਠ ਕੇ ਲਾਪਾ ਕਰ ਦੇ? ਕਿਸੇ ਨੂੰ ਵੀ ਇਹ ਪਸੰਦ ਨਹੀਂ ਹੁੰਦਾ। ਘਰ ਦਾ ਮੁਖੀਆ ਕਹਿੰਦਾ ਮੈਂ ਗਲਤ ਹੋਵਾਂ, ਮਾੜਾ ਹੋਵਾਂ, ਚੰਗਾ ਹੋਵਾਂ, ਮੈਨੂੰ ਕੋਈ ਓਏ ਨਾ ਕਹੇ, ਪਰ ਮੈਂ ਕਿਸੇ ਨੂੰ ਜਿਉਣ ਨਹੀਂ ਦੇਣਾ, ਮੇਰਾ ਅਧਿਕਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਰਥਾਏ ਜਦੋਂ ਮੰਗਲਨਾਥ ਨੇ ਕਹਿ ਦਿੱਤਾ ਨਾ ਵੀ ਗੁਰੂ ਜੀ ਰਹਿਣ ਦਿਓ, ਜਿਨ੍ਹਾਂ ਨੂੰ ਵੇਖ ਵੇਖ ਤੁਹਾਡੀ ਸਿੱਧ ਮੰਡਲੀ ਝੁਕਦੀ ਜਾਂਦੀ, ਕਿਤੇ ਨਾ ਹੋਵੇ ਸਾਰੀ ਝੁਕ ਜਾਣ। ਇਹਨਾਂ ਦੇ ਝੁਕਣ ਤੋਂ ਪਹਿਲਾਂ ਤੁਸੀਂ ਆਪ ਝੁਕ ਜਾਵੋ। ਸਵਈਆ ਮੰਗਲ ਬੋਲਤ ਹੈ ਗੁਰ ਗੋਰਖ, ਪੂਰਨ ਹੋ ਜੁਗਿਆ ਸਭ ਲਾਇਕ। ਉਸ ਵੇਲੇ ਮੰਗਲਨਾਥ ਨੇ ਬੜੀ ਗਹਿਰੀ ਗੱਲ ਕਰ ਦਿੱਤੀ, ਗੁਰੂ ਜੀ ਇਸ ਯੁੱਗ ਦੇ ਵਾਲੀ ਨੇ ਗੁਰੂ ਨਾਨਕ ਪਾਤਸ਼ਾਹ। ਮੈਂ ਵੇਖਿਆ ਤੇ ਨਹੀਂ, ਸੁਣਿਆ ਜ਼ਰੂਰ ਹੈ। ਉਹਨਾਂ ਦੇ ਬਰਾਬਰ ਨਾ ਕੋਈ ਹੋਇਆ ਤੇ ਨਾ ਹੋਣਾ, ਰਹਿੰਦੀ ਦੁਨੀਆ ਤੱਕ, ਰਹਿੰਦੇ ਸੰਸਾਰ ਤੱਕ ਇਹ ਸ਼ਬਦ ਰਹਿਣਗੇ, ਦਸਾਂ ਸਤਿਗੁਰਾਂ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕਿਸੇ ਨੇ ਹੋਣਾ। ਵੱਡੇ ਵੱਡੇ ਆਏ ਤੇ ਵੱਡੇ ਵੱਡੇ ਤੁਰ ਗਏ, ਗੁਰੂ ਸਾਹਿਬਾਂ ਵਰਗਾ ਹੋ ਕੋਈ, ਉਹ ਵਿਲੱਖਣ ਨੇ। ਉਹ ਕਿਸੇ ਦੇ ਅਵਤਾਰ ਥੋੜੀ ਨੇ ਜੀ, ਕਿਸੇ ਕੋਈ 16 ਕਲਾ, ਕੋਈ 14 ਕਲਾ, ਉਹ ਤੇ ਪਰਮੇਸ਼ਰ ਨੇ, ਪਰਿਪੂਰਨ ਨੇ। ਕਹਿੰਦਾ ਜੀ ਉਹ ਪੂਰਨ ਪਰਮਾਤਮਾ ਦਾ ਰੂਪ ਹਨ, ਉਹ ਰੱਬ ਦੀ ਅੰਸ਼ ਨੇ, ਅਵਤਾਰ ਨਹੀਂ, ਅੰਸ਼ ਨੇ, ਆਪ ਪਰਮੇਸ਼ਰ ਨੇ। ਮੇਰਾ ਮਨ ਮੰਨਦਾ ਹੈ ਆਪਾਂ ਜਾ ਕੇ ਨਮਸਕਾਰ ਕਰੀਏ। ਸੋ ਸਭ ਹੀ ਬਿਦ ਪੂਰਨ ਨਾਨਕ, ਜਾਏ ਸ਼ਰਨ ਤਿਸੈ ਗਤ ਦਾਇਕ। ਜੇ ਉਹਨਾਂ ਦੀ ਸ਼ਰਨ ਵਿੱਚ ਜਾਇਆ ਸਾਨੂੰ ਮੁਕਤੀ ਮਿਲਦੀ ਹੈ, ਤੇ ਗੁਰੂ ਜੀ ਫਿਰ ਸਾਨੂੰ ਟੱਕਰਾਂ ਮਾਰਨ ਦੀ ਲੋੜ ਕੀ ਹੈ? ਜਿਹੜੇ ਹਰ ਕਲਾ ਚ ਪੂਰਨ ਨੇ, ਤੁਹਾਡੇ ਕਿੱਡੇ ਕਿੱਡੇ ਸਿੱਧੇ ਆਪਣੇ ਗਏ ਆ, ਇੱਕ ਤੋਂ ਇੱਕ ਕਰਾਮਾਤੀ, ਇੱਕ ਤੋਂ ਇੱਕ ਮਹਾਨ। ਤੇ ਗੁਰੂ ਜੀ ਪਤਾ ਹੈ ਵੀ ਸੂਰਜ ਦੇ ਨਾਲ ਨਾ
ਇੱਕ ਜੁਗ ਨੂੰ ਇੱਕ ਟਟਹਿਣਾ ਦਿਨ ਰਾਤ ਪੰਗੇ ਲਵੇ, ਕਦੇ ਸੂਰਜ ਨਹੀਂ ਬਣ ਸਕਦਾ। ਲੱਖਾਂ ਦੀਵੇ ਵਾਲ ਕੇ ਸੂਰਜ ਨੂੰ ਕੋਈ ਝੁਕਾ ਨਹੀਂ ਸਕਦਾ। ਆ ਸ੍ਰਿਸ਼ਟੀ ਜਿੰਨੀਆਂ ਮਰਜ਼ੀ ਲਾਈਟਾਂ ਇਕੱਠੀਆਂ ਕਰ ਲੇ, ਭਾਵੇਂ ਚਾਈਨਾ ਸੂਰਜ ਬਣਾ ਰਿਹਾ, ਚੰਦ ਵੀ ਬਣਾ ਲਿਆ ਉਹਨੇ, ਠੀਕ ਹੈ, ਜੋ ਮਰਜ਼ੀ ਬਣਾਵੇ, ਪਰ ਉਹ ਵੀ ਕੁਛ ਦੇਰ ਲਈ ਹੋਏਗਾ। ਉਹਦੇ ਸਾਈਡ ਇਫੈਕਟ ਆਉਣਗੇ, ਇਕੱਲੇ ਚਾਈਨਾ ਨੂੰ ਨਹੀਂ ਆਉਣਗੇ, ਪੂਰੀ ਦੁਨੀਆ ਨੂੰ ਆਉਣਗੇ, ਕਿਉਂਕਿ ਉਹ ਨਿਊਕਲੀਅਰ ਐਨਰਜੀ ਹੈ ਜਿਹਦਾ ਨੁਕਸਾਨ ਹੋਏਗਾ। ਪਰ ਆਹ ਐਨਰਜੀ ਜੋ ਪਰਮਾਤਮਾ ਦੀ ਹੈ, ਦੱਸੋ ਜੀ ਸੂਰਜ ਦਾ ਨੁਕਸਾਨ ਹੈ ਕਿਸੇ ਨੂੰ? ਕੀ ਕੁਝ ਹੋ ਰਿਹਾ ਹੈ? ਸੋਲਰ ਪੈਨਲ ਬਣ ਗਏ, ਸਾਰੇ ਸੈਟਲਾਈਟ ਚੱਲਦੇ ਆ, ਸਭ ਕੁਝ ਇਹਦੇ ਤੋਂ ਚੱਲਦਾ ਏ। ਵਿਟਾਮਿਨ ਡੀ ਤੋਂ ਲੈ ਕੇ ਹਰ ਚੀਜ਼ ਇਹਦੇ ਤੋਂ ਪ੍ਰਾਪਤ ਹੁੰਦੀ ਹੈ। ਜਿੰਨੇ ਫਲ ਨੇ, ਸਬਜ਼ੀਆਂ ਨੇ, ਹਰ ਚੀਜ਼ ਇਹਦੇ ਨਾਲ ਪੱਕ ਰਹੀ ਹੈ। ਪਰਮਾਤਮਾ ਦੀ ਦਾਤ ਹੈ ਤੇ ਉਹਦੇ ਵਰਗਾ ਹੋ ਕੋਈ? ਬੇਸ਼ੱਕ ਸਾਡੇ ਸੌਰ ਮੰਡਲ ਦਾ ਇੱਕ ਤਾਰਾ ਹੈ ਸੂਰਜ, ਉਹ ਤੋਂ ਵੱਧ ਕੁਝ ਨਹੀਂ ਹੈ। ਲੱਖਾਂ ਸੂਰਜ ਨੇ, ਲੱਖਾਂ ਤਾਰੇ ਆ, ਗਿਣਤੀ ਨਹੀਂ ਹੈ, ਕਰੋੜਾਂ 'ਚ ਹੀ ਹੋਏਗਾ। ਪਰ ਜਗਤ ਗੁਰੂ ਨਾਨਕ ਸਾਹਿਬ ਇੱਕ ਐਸੇ ਸੂਰਜ ਹਨ ਜਿਨ੍ਹਾਂ ਤੋਂ ਬਗੈਰ ਕੁਝ ਨਹੀਂ। ਸੂਰਜ ਦੀ ਉਦਾਹਰਨ ਕਿਉਂ ਹੈ? ਆ ਜਿੱਡੀ ਵੱਡੀ ਮਰਜ਼ੀ ਸਾਡੀ ਧਰਤੀ ਹੋਵੇ, ਸੂਰਜ ਬਿਨਾ ਧਰਤੀ ਕੁਛ ਨਹੀਂ। ਉਹ ਭਾਵੇਂ ਕੋਈ ਵੀ ਕੰਟਰੀ ਹੈ, ਕੋਈ ਦੀਪ ਸਮੂਹ ਹੈ, ਸੂਰਜ ਬਿਨਾ ਕੁਛ ਨਹੀਂ ਹੈ। ਇਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ। ਤੇ ਸ੍ਰਿਸ਼ਟੀ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ, ਜਿਨ੍ਹਾਂ ਦੇ ਪਰਥਾਏ ਮੰਗਲਨਾਥ ਸਿੱਧ ਕਹਿੰਦੇ। ਗੁਰੂ ਜੀ ਸ਼ਰਨ ਚੱਲਦੇ ਆ। ਸ਼ਰਨ ਤੋਂ ਕੀ ਭਾਵ ਹੈ? ਵੀ ਤੁਸੀਂ ਆ ਗੁਰੂਪਣਾ ਛੱਡੋ, ਗੁਰੂ ਨਾਨਕ ਨੂੰ ਗੁਰੂ ਮੰਨ ਲਓ, ਆਖੋ ਸਤਿਨਾਮ। ਇਹ ਕੋਈ ਭਾਈ ਬਾਲਾ ਦਾ ਮਰਦਾਨਾ ਨਹੀਂ ਕਹਿੰਦੇ। ਗੋਰਖਨਾਥ ਦੇ ਬਰਾਬਰ ਦੀ ਪਦਵੀ ਰੱਖਣ ਵਾਲੇ ਮੰਗਲਨਾਥ ਨੇ ਇਹ ਬਚਨ ਆਖਿਆ ਏ। ਖੋਜਬੋ ਦੇਖਬੋ ਕਿਆ ਤਹਿ ਕੋ, ਸੁਰ ਨਾਇਕ ਨਾਇਕ ਸੰਤ ਸਹਾਇਕ। ਜੋ ਸੰਤਾਂ ਦੇ ਸਹਾਈ ਨੇ, ਦੇਵੀ ਦੇਵਤਿਆਂ ਨੂੰ ਬਚਾਉਣ ਵਾਲੇ ਨੇ ਗੁਰੂ ਨਾਨਕ ਪਾਤਸ਼ਾਹ, ਤੁਸੀਂ ਉਹਨਾਂ ਦੇ ਨੇੜੇ ਜਾਓ, ਉਹਨਾਂ ਨੂੰ ਖੋਜੋ, ਉਹਨਾਂ ਨੂੰ ਪਰਖੋ, ਕਿਉਂਕਿ ਖੋਜਿਆਂ ਤੋਂ ਹੀ ਮਿਲਦਾ ਸਾਰਾ ਕੁਝ। ਬੰਦੇ ਨੇ ਖੋਜ ਕੀਤੀ ਹੈ, ਆਪਾਂ ਮੌਜਾਂ ਕਰਦੇ ਹਾਂ। ਖੋਜ ਕਿਸੇ ਇੱਕ ਦੀ ਹੈ ਤੇ ਮੌਜ ਸਾਰਿਆਂ ਦੀ। ਬਿਜਲੀ ਇੱਕ ਨੇ ਖੋਜੀ, ਟੈਸਲਾ ਵਰਗਿਆਂ, ਨਜ਼ਾਰੇ ਸਾਰੇ ਲਈ ਫਿਰਦੇ ਆ। ਬਲਬ ਦੀ ਖੋਜ ਕਿਸੇ ਇੱਕ ਨੇ ਕੀਤੀ, ਮੌਜਾਂ ਸਾਰੇ ਕਰਦੇ ਆ। ਏਸੀ ਬਣਾਉਣ ਵਾਲੇ ਨੇ ਆਪਣੀ ਜ਼ਿੰਦਗੀ ਲਾਤੀ ਉਹਦੇ ਤੇ, ਰੈਫ੍ਰਿਜਰੇਟਰ ਤਿਆਰ ਕਰਨ ਤੇ ਆਪਾਂ 15 ਮਿੰਟਾਂ 'ਚ ਖਰੀਦ ਲਈਦਾ, 20 ਮਿੰਟਾਂ 'ਚ ਕਮਰਾ ਠੰਡਾ ਕਰ ਲਈਦਾ। ਸਾਨੂੰ ਕੀ ਹੈ, ਕੋਈ ਕੁਛ ਕਰੇ। ਖੋਜ ਡੂੰਘੀ ਹੈ। ਖੋਜ ਤੋਂ ਕੀ ਨਹੀਂ ਹੁੰਦਾ? ਬਾਣੀ ਲਿਖਦੀ ਖੋਜਤ ਸੁਣੀਐ ਸੋਏ। ਕਹਿੰਦੇ ਖੋਜ ਕੇ ਇੱਕ ਚੀਜ਼ ਸੁਣਾਉਣੇ ਆ, ਸਾਧ ਸੰਗ ਬਿਨ ਤਰਿਉ ਨਾ ਕੋਏ। ਕਹਿੰਦੇ ਸਾਧ ਸੰਗਤ, ਗੁਰੂ ਦੀ ਸੰਗਤ ਤੋਂ ਬਗੈਰ, ਸਾਧੂ ਦੀ ਸੰਗਤ ਤੋਂ ਬਿਨਾ ਕੋਈ ਤਰ ਨਹੀਂ ਸਕਦਾ। ਸਿੱਧਾਂ ਕੋਲ ਭਾਵੇਂ ਲੱਖ ਕਰਾਮਾਤਾਂ ਹੋਣ, ਇੱਕ ਚੀਜ਼ ਦੀ ਕਮੀ ਆ, ਉਹਨਾਂ ਕੋਲ ਸਤ ਸੰਗਤ ਨਹੀਂ ਹੈ, ਸੰਗਤ ਨਹੀਂ। ਇਸੇ ਕਰਕੇ ਮੰਗਲਨਾਥ ਕਹਿੰਦਾ ਹੈ, ਖੋਜ ਕਰਿਓ, ਵਿਚਾਰ ਕਰਿਓ, ਉਹਨਾਂ ਦੇ ਦੀਦਾਰ ਕਰ ਲੋ। ਏਕ ਦੋ ਭਰ ਖੋਜ ਪਿਖਾ, ਹੁਣ ਖੋਜੇ ਕੋ ਖੋਜਨ ਰੀਤ ਨ ਲਾਇਕ। ਪਰ ਕਹਿੰਦਾ ਮੈਂ ਇੱਕ ਗੱਲ ਆਖਾਂ, ਜਿਸ ਚੀਜ਼ ਨੂੰ ਇੱਕ ਵਾਰ ਖੋਜ ਲਈਏ ਤੇ ਵਾਰ-ਵਾਰ ਖੋਜਣਾ, ਇਹ ਵੀ ਮੂਰਖਤਾ ਹੀ ਹੁੰਦੀ ਹੈ। ਮੰਨ ਲਓ ਇੱਕ ਖਦਾਨ 'ਚ ਕਿਸੇ ਨੇ ਸੋਨਾ ਲੱਭਿਆ, ਕੋਲਾ ਲੱਭਿਆ, ਬਿਲਕੁਲ ਖਤਮ ਹੈ। ਦੂਜੀ ਵਾਰ ਫੇਰ ਜਾ ਕੇ ਪੱਟ ਲਓ, ਕੀ ਮਿਲੂਗਾ? ਕੁਛ। ਇੱਕ ਖੂਹ ਨੂੰ ਪੱਟ ਕੇ ਵੇਖਿਆ, ਪਾਣੀ ਹੈ ਨਹੀਂ, ਤੇ ਦੂਜਾ ਕੇ ਫੇਰ ਮੈਂ ਪੱਟ ਕੇ ਵੇਖਣ ਆ ਗਿਆ ਹੋਊਗਾ। ਸਿਆਣਪ ਥੋੜੀ ਹੈ। ਕਹਿੰਦੇ ਜਦੋਂ ਤੁਸੀਂ ਖੋਜ ਲਿਆ, ਵਿਚਾਰ ਲਿਆ, ਇੰਨੇ ਸਿੱਧਾਂ ਤੋਂ ਵੀ ਗੁਰੂ ਨਾਨਕ ਸਾਹਿਬ ਨੂੰ ਕੋਈ ਹਰਾਉਣ ਵਾਲਾ ਜੰਮਿਆ ਹੀ ਨਹੀਂ। ਗੁਰੂ ਜੀ ਸਾਨੂੰ ਇਹ ਬਾਰ-ਬਾਰ ਖੋਜਣ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ। ਆਖੋ ਸਤਿਨਾਮ। ਇੱਕ ਵਾਰ ਜਾ ਕੇ ਦੀਦਾਰ ਕਰ ਆਓ, ਕੁਝ ਗੁਣਾਂ ਦੀ ਖੋਜ ਕਰ ਲਓ। ਆਇਸ ਨਾਹੇ ਅਲੰਘਿਓ ਤੋਰ, ਕਹੋ ਤੇ ਜਾ ਕੇ ਲਿਆਓ ਹਕਾਰੀਏ। ਪਰ ਉੱਠ ਕੇ ਹੱਥ ਜੋੜ ਕੇ ਮੰਗਲਨਾਥ ਕਹਿੰਦਾ, ਤੁਸੀਂ ਮੇਰੇ ਗੁਰੂ ਹੋ, ਭਾਵੇਂ ਮੈਨੂੰ ਪਤਾ ਵੀ ਮੈਂ ਸਮਰੱਥ ਨਹੀਂ ਆ ਗੁਰੂ ਨਾਨਕ ਸਾਹਿਬ ਦੇ ਸਾਹਮਣੇ, ਕੱਖ ਵੀ ਨਹੀਂ ਮਿਲਦੇ। ਜਿਵੇਂ ਇੱਕ ਛੋਟਾ ਜਿਹਾ ਪਤੰਗਾ ਹੋਵੇ, ਸੂਰਜ ਸਾਹਮਣੇ ਆਪਣੀ ਹੈਸੀਅਤ ਵਿਖਾਵੇ, ਮੈਂ ਤੇ ਉਹ ਚੀਜ਼ ਆ, ਪਰ ਫਿਰ ਤੁਸੀਂ ਮੇਰੇ ਗੁਰੂ ਹੋ, ਤੁਹਾਡਾ ਹੁਕਮ ਸਿਰ ਮੱਥੇ। ਮੈਂ ਤੇ ਤੁਹਾਡੇ ਹੁਕਮ ਨੂੰ ਵੀ ਨਮਸਕਾਰ ਕਰਦਾ ਜੋ ਮੈਨੂੰ ਉਸ ਰੱਬ ਨਾਲ ਮਿਲਾ ਰਿਹਾ ਹੈ, ਜਿਸ ਹੁਕਮ ਦੀ ਬਦੌਲਤ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਅੱਜ ਨਸੀਬ ਹੋਣ ਲੱਗੇ ਨੇ। ਜਾਂ ਕੇ ਮਿਲੇ ਤੇ ਕਿਰਤਾਰਥ ਹੋਏਂਗੇ,
ਜਾਏ ਪਿੱਖੋ ਮਨ ਆਲਸ ਟਾਰੇ। ਮੈਂ ਆਪਣੇ ਮਨ ਦੀ ਆਲਸ ਲਾ ਕੇ ਚੱਲਿਆ ਉਹਨਾਂ ਦੇ ਦਰਸ਼ਨਾਂ ਦੀ ਚਾਹਤ ਲੈ ਕੇ। ਗੋਰਖਨਾਥ ਹੈਰਾਨ ਆ ਵੀ ਇੰਨੇ ਸਿੱਧ ਗਏ ਆ, ਭੜਕ ਕੇ ਗਏ ਆ, ਹੱਥ ਜੋੜੀ ਫਿਰਦਾ ਪਹਿਲੇ। ਉਹਨੂੰ ਖਤਰਾ ਹੈ ਵੀ ਜੇ ਮੰਗਲਨਾਥ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਗਿਆ ਨਾ, ਲੈ ਵੀ ਗੋਰਖਾ ਆਪਾਂ ਨੂੰ ਕਿਸੇ ਨੇ ਚਿਮਟਾ ਵੀ ਨਹੀਂ ਕੱਢਣ ਦੇਣਾ। ਖੁਦ ਸਤਨਾਮ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਪਖੰਡ ਦਾ ਵਿਰੋਧੀ ਹੈ, ਧੰਦੇ ਦਾ ਵਿਰੋਧੀ ਨਹੀਂ, ਪਖੰਡ ਦਾ ਵਿਰੋਧੀ ਹੈ। ਤੇ ਜੇ ਪਖੰਡ ਧੰਦਾ ਬਣ ਜੇ, ਪੰਡਤਾਂ ਨੇ ਕੀਤਾ ਸੀ ਤੇ ਗੁਰੂ ਸਾਹਿਬ ਨੇ ਖੋਲੇ ਪਰਦੇ ਜਾ ਕੇ ਹਰਿਦੁਆਰ ਦੀ ਧਰਤੀ ਤੇ ਕਹਿੰਦੇ ਹੋ ਕਿੱਧਰ ਪਾਣੀ ਦੇਈ ਜਾਂਦੇ ਹੋ, ਅਸੀਂ ਕਰਤਾਰਪੁਰ ਦੇ ਰਹੇ। ਉਹ ਕੀ ਸੀ? ਧਰਮ ਤੇ ਸੱਟ ਨਹੀਂ, ਪਖੰਡ ਤੇ ਸੱਟ। ਜੇ ਮੁੱਲਾ ਉੱਚੀ ਚੜ ਕੇ ਕੂਕਦਾ ਸੀ ਨਾ, ਬਾਣੀ ਨੇ ਲਿਖਿਆ ਮੁੱਲਾ ਮਨਾਰੇ ਕਿਆ ਚੜੈ ਸਾਈਂ ਨਾ ਬਹਿਰਾ ਹੋਏ। ਕਹਿੰਦੇ ਉਹ ਮੁੱਲਿਆ ਤੂੰ ਉੱਚੀ ਚੜ ਕੇ ਵਾਂਗਾ ਦਿੰਨਾ ਅੱਲਾਹੂ ਅਕਬਰ ਜਿਹਨੂੰ ਸੁਣਾਉਣਾ ਉਹ ਕੋਈ ਕੰਨਾਂ ਤੋਂ ਬਹਿਰਾ ਨਹੀਂ, ਉਹ ਤੇ ਘਟ ਕੇ ਅੰਦਰ ਕੀ ਗੱਲ। ਜੇ ਗੁਰੂ ਨਾਨਕ ਪਾਤਸ਼ਾਹ ਨੇ ਦੂਜੇ ਧਾਰਮਿਕ ਥਾਵਾਂ ਤੇ ਜਾ ਕੇ ਉਹਨਾਂ ਦਾ ਪਖੰਡ ਕੱਟਿਆ ਕਿ ਸਿੱਖਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਂ ਤੇ ਪਖੰਡ ਕਰੋ, ਕਦੇ ਵੀ ਨਹੀਂ। ਉਹ ਨਹੀਂ ਬਰਦਾਸ਼ਤ ਕਰਦੇ। ਉਹਨੇ ਤੇ ਸਾਨੂੰ ਨਿਰਮਲ ਬਣਾਇਆ, ਮੈਲ ਤੋਂ ਰਹਿਤ ਬਣਾਇਆ। ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਕਰਦਾ ਮੰਗਲਨਾਥ ਬੜਾ ਭਾਵੁਕ ਹੋ ਗਿਆ। ਮੰਗਲਨਾਥ ਜੀ ਅਨੁਤਾ ਬਿਦ ਲੈ ਉਪਦੇਸ਼ ਹਮਾਰ ਜੋ ਤਾਰੇ। ਤੇ ਫੇਰ ਗੋਰਖਨਾਥ ਪਤਾ ਕੀ ਕਹਿੰਦਾ ਜਦੋਂ ਮੰਗਲਨਾਥ ਚੱਲਿਆ ਜਾਂਦੇ ਨੇ, ਕਹਿੰਦਾ ਇੱਕ ਵਾਰ ਕੋਸ਼ਿਸ਼ ਕਰਕੇ ਵੇਖ ਲਈ, ਪੁੱਛ ਕੇ ਵੇਖ ਲਈ, ਕੀ ਪਤਾ ਮੇਰਾ ਉਪਦੇਸ਼ ਲੈਣ ਨੂੰ ਬਾਬਾ ਨਾਨਕ ਮੰਨ ਨਹੀਂ ਜਾਏ। ਆਖੋ ਸਤਨਾਮ। ਵੀ ਤੈਨੂੰ ਵੇਖ ਕੇ ਪ੍ਰਭਾਵਿਤ ਹੋ। ਦੇਖੋ ਜੀ ਇਹਨੂੰ ਕਹਿੰਦੇ ਆ ਬੰਦਾ ਮਰਦਾ ਕੀ ਨਹੀਂ ਕਰਦਾ। ਕਈ ਵਾਰ ਨਾ ਹੰਕਾਰੀ ਬੰਦਾ ਹਾਦਸਿਆਂ ਚੋਂ ਬਚ ਕੇ ਵੀ ਕਹਿੰਦਾ ਲੈ ਮੇਰੀ ਸਿਆਣਪ ਸੀ, ਮੈਂ ਤੇ ਤਾਂ ਬਚਾ ਲਿਆ, ਫਲਾਣਾ ਮੇਰੇ ਤਰਲੇ ਕਰਦਾ, ਮੈਂ ਸਿਆਣਾ ਸੀ। ਸਿਆਣਾ ਸੁਣਾ ਕੋਈ ਨਹੀਂ। ਕਈ ਵਾਰ ਨਾ ਕਿਸੇ ਦੇ ਤਰਲੇ, ਕਿਸੇ ਦੀਆਂ ਮਿਹਨਤਾਂ ਜ਼ਿੰਦਗੀ 'ਚ ਮੁਸੀਬਤ ਬਣ ਜਾਂਦੀਆਂ ਨੇ। ਗੋਰਖਨਾਥ ਬੜਾ ਖੁਸ਼ ਹੈ, ਕਹਿੰਦਾ ਤਰਲਾ ਮਿਹਨਤ ਕਰਕੇ ਵੇਖ ਲਈ, ਹੋ ਸਕਦਾ ਮੈਨੂੰ ਗੁਰੂ ਮੰਨ ਹੀ ਲੈਣ। ਕਿਉਂਕਿ ਜੇ 50 ਨੇ ਜਾ ਕੇ ਕਹਿਤਾ, 30 ਨੇ ਜਾ ਕੇ ਕਹਿਤਾ, 40 ਨੇ ਕਹਿਤਾ ਵੀ ਗੁਰੂ ਗੋਰਖ ਹੈ, ਕੀ ਪਤਾ ਪ੍ਰਭਾਵ ਪੈ ਜਾਵੇ। ਤੁਸੀਂ ਇੱਕ ਬੰਦੇ ਨੂੰ 10 ਬੰਦੇ ਕਹੋ ਤੂੰ ਪਾਗਲ ਹੈ ਯਾਰ, ਤੂੰ ਪਾਗਲ ਹੈ, ਤੈਨੂੰ ਅਕਲ ਨਹੀਂ। ਉਹ ਇੱਕ ਵਾਰ ਦੇਖਦਾ, 2 ਵਾਰ ਦੇਖਦਾ, 5 ਵਾਰ ਉਹ ਕਹਿੰਦਾ ਯਾਰ ਸਾਰੀ ਦੁਨੀਆ ਮੈਨੂੰ ਪਾਗਲ ਕਹਿੰਦੀ, ਹੋ ਸਕਦਾ ਮੰਨ ਲੈ, ਹੋਊ ਫਰਕ ਮੰਨ ਲੈਂਦਾ। ਕਿਸੇ ਨੂੰ ਸਿਆਣਾ ਕਹਿਣ ਲੱਗ ਜਾਓ ਵੀ ਨਕੰਮਾ ਕਰਨਾ, ਰੋਜ਼ ਆਖੋ ਲੈ ਬਈ ਤੂੰ ਤੇ ਓਵੀਡੈਂਟ ਬਹੁਤ ਆ, ਮਾਪਿਆਂ ਦਾ ਪਿਆਰਾ ਬੱਚਾ, ਨਸ਼ਾ ਨਹੀਂ ਕਰਦਾ ਜੀ, ਇਹਦੀ ਤੇ ਮਹੱਲੇ 'ਚ ਸ਼ਾਨ ਬੜੀ ਹੈ। 5 ਬੰਦੇ ਕੰਮ ਕਹਿ ਦਿਓ, ਉਹੀ ਦਾੜੀ ਮੁੱਛਾਂ ਬਣਾਈ ਫਿਰਦਾ, ਕਹਿੰਦਾ ਲੈ ਲੋਕਾਂ ਨੂੰ ਪਤਾ ਹੀ ਆਪਣੇ ਕੰਮਕਾਰ ਕੀ ਆ, ਦੁਨੀਆ ਨੂੰ ਪਤਾ ਮੈਂ ਚੰਗਾ ਬਹੁਤ ਹਾਂ। ਕਿਉਂਕਿ ਲੋੜ ਤੋਂ ਵੱਧ ਕੀਤੀ ਤਾਰੀਫ ਤੇ ਲੋੜ ਤੋਂ ਵੱਧ ਕੀਤੀ ਬੁਰਾਈ ਬੰਦੇ ਨੂੰ ਡੋਬ ਦਿੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਆਖੀ ਵੀ ਗੋਰਖਨਾਥ ਨੂੰ ਗੁਰੂ ਮੰਨ ਲਓ, ਤੁਹਾਡਾ ਕੀ ਜਾਂਦਾ ਹੈ। ਮੰਗਲਨਾਥ ਤਪੀ ਦੀ ਜ਼ੁਬਾਨ ਨਾਲ ਕਹਿੰਦਾ ਗੁਰੂ ਜੀ ਕੋਸ਼ਿਸ਼ ਕਰਾਂਗੇ। ਆਖੋ ਸਤਨਾਮ। ਕੋਸ਼ਿਸ਼ ਕਰਾਂਗੇ, ਹੋਰ ਕੀ ਕਹਿ ਸਕਦਾ ਹੈ। ਤੁਸੀਂ ਇਹ ਵੇਖੋ ਜਿਹਦੇ ਅੰਦਰ ਐਡੀ ਤਾਂਘ ਹੈ, ਇੰਨਾ ਪਿਆਰ ਹੈ, ਉਹ ਸਿੱਧ ਕੈਸਾ ਹੋਏਗਾ। ਠੀਕ ਆ, ਆਪਾਂ ਹੁਣ ਤੱਕ ਸੁਣਿਆ ਇੱਕ ਤੋਂ ਇੱਕ ਚੜ੍ਹਦਾ ਹੁੰਦਾ, ਚਰਪਟਨਾਥ ਵਰਗਾ ਆਇਆ, ਆਕੜਾ ਕਰਕੇ ਪੈਂਦੇ ਸੀ। ਝੰਗੜਨਾਥ ਆਇਆ, ਬੋਲਦਾ ਸੀ। ਝੰਗੜਨਾਥ ਆਇਆ, ਬੋਲਿਆ। ਪਰ ਇੱਕ ਸੀ ਜਿਹੜਾ ਝੁਕਿਆ ਪਹਿਲਾਂ, ਉਹ ਸੀ ਹਨੀਫਾ, ਜਿਹਨੂੰ ਮਰਦ ਨੇ ਦੱਸਿਆ ਵੀ ਤੇਰਾ ਪਿਤਾ ਕੰਮ ਕਰਦਾ ਸੀ। ਝੁਕ ਗਿਆ ਕਿ ਵੀ ਤੇ ਸਾਰਾ ਕੁਝ ਹੀ ਜਾਣਦੇ ਆ ਮੇਰੇ ਬਾਰੇ। ਵਿਰਲੇ ਸੀ ਜਾ ਸਿੱਧਾ ਕਿਉਂ ਮਹਾਨ ਪੁਰਸ਼ ਨੇ ਗੋਪੀ ਚੰਦ ਤੇ ਜਾਂ ਭਰਤਰੀ। ਉਹ ਮਹਾਨ ਕਿਉਂ ਨੇ? ਕਿਉਂਕਿ ਇਹਨਾਂ ਦੀ ਤਪੱਸਿਆ ਇੰਨੀ ਜ਼ਿਆਦਾ ਹਾਈਐਸਟ ਹੋ ਗਈ ਹੈ ਵੀ ਬਾਕੀ ਸਿੱਧ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਅਵਸਥਾ 'ਚ ਇਹ ਬਹਿੰਦੇ ਆ। ਹੁਣ ਆਪਾਂ ਸਾਰੇ ਬੈਠੇ ਆ ਜੀ, ਤੁਹਾਡੇ 'ਚੋਂ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਹੜੇ ਅੰਦਰੋਂ ਖੁਸ਼ ਰਹਿੰਦੇ ਆ, ਅੰਦਰੋਂ ਸ਼ਾਂਤ ਰਹਿੰਦੇ ਆ। ਜ਼ਰੂਰੀ ਤਾਂ ਨਹੀਂ ਵੀ ਮੇਰੇ ਵਰਗਾ ਵਧੀਆ ਕਰੀਮ ਲਾ ਕੇ ਸੋਹਣਾ ਲੱਗੇ, ਹੱਸਦਾ ਲੱਗੇ, ਨਹੀਂ। ਹੋ ਸਕਦਾ ਇੱਕ ਗਵਾਂਢੀ ਦੁਖੀ ਹੋਵੇ ਤੇ ਇੱਕ ਨਾਲ ਦਾ ਬਹੁਤ ਖੁਸ਼ ਰਹਿੰਦਾ ਹਰ ਵੇਲੇ। ਉਹ ਅੰਦਰ ਹੈ, ਬਾਹਰੋਂ ਨਹੀਂ ਪਤਾ ਲੱਗਦਾ। ਬਾਹਰੋਂ ਤੇ ਫੋਟੋਆਂ 'ਚ ਸਾਰੀ ਦੁਨੀਆ ਹੱਸਦੀ ਮਿਲਦੀ। ਵਿਆਹ ਵਾਲੀ ਫੋਟੋ ਜਿਹਦੀ ਮਰਜ਼ੀ ਵੇਖ ਲਓ, ਤੁਹਾਡੇ 'ਚ ਵੇਖ ਲਓ, ਬਾਹਰ ਵਾਲਿਆਂ ਦੀ ਵੇਖ ਲਓ, ਹੱਸਦੇ ਆ ਨਾ ਸਾਰੇ। ਤੇ ਬਾਅਦ 'ਚੋਂ ਅਸਲੀ ਜ਼ਿੰਦਗੀ 'ਚ ਪੁੱਛੋ ਵੀ ਕਿੰਨੇ ਕੁ ਖੁਸ਼ ਕਿਉਂ? ਕਿਉਂਕਿ ਮੁਸੀਬਤਾਂ ਐਸੀਆਂ ਨੇ, ਕੁਛ ਕਰਮ ਐਸੇ ਹੋ ਗਏ, ਕੁਝ ਹਾਲਾਤ ਇੱਦਾਂ ਦੇ ਬਣ ਗਏ। ਹਰ ਬੰਦਾ ਦੁਖੀ ਹੋ, ਅਲੱਗ ਗੱਲ ਆ। ਕੋਈ ਪਰਦੇ ਰੱਖੀ ਫਿਰਦਾ, ਚੰਗਾ ਬਣਿਆ ਫਿਰਦਾ, ਬੜੇ ਚਾਂਸ ਆ ਗਏ। ਜਦੋਂ ਗੋਰਖਨਾਥ ਨੇ ਗੱਲ ਕਹੀ, ਮੰਗਲਨਾਥ ਆਪਣੇ ਗੁਰੂ ਨੂੰ ਮੱਥਾ ਟੇਕ ਕੇ ਤੁਰ ਪਿਆ। ਕਹਿੰਦਾ ਗੁਰੂਦੇਵ
ਕੋਸ਼ਿਸ਼ ਕਰਾਂਗਾ ਜਗਤ ਗੁਰੂ ਨਾਨਕ ਸਾਹਿਬ ਨੂੰ ਤੁਹਾਡੇ ਕੋਲੇ ਲੈ ਆਵਾਂ। ਕਹਿੰਦਾ ਨਾ ਨਾ ਇੱਥੇ ਨਾ ਲੈ ਕੇ ਆਈ ਆਖੋ ਸਤਿਨਾਮ। ਜੇ ਤੇਰੇ ਵਰਗੇ ਏਡੀ ਦੂਰ ਬੈਠੇ ਪ੍ਰਭਾਵਿਤ ਹੋ ਗਏ ਵੀ ਬਾਬੇ ਨਾਨਕ ਨੂੰ ਗੁਰੂ ਬਣਾ ਲਈਏ, ਜੇ ਉਹ ਇੱਥੇ ਆ ਗਏ ਆ ਬਖੇਰ ਕੇ ਰੱਖ ਦੇਣਗੇ ਸਿੱਧਾਂ ਨੂੰ ਸਾਰਿਆਂ ਨੂੰ, ਸਭ ਭੱਜੇ ਫਿਰਨਗੇ ਅੱਗੇ ਪਿੱਛੇ। ਕਹਿੰਦਾ ਹਜੇ ਨਾ ਲੈ ਕੇ ਆਈ। ਗੋਪੀ ਚੰਦ ਕੀ ਕਹਿ ਕੇ ਆਇਆ ਸੀ? ਕਹਿੰਦਾ ਬਾਬਾ ਜੀ ਸਿੱਧ ਮੰਡਲੀ 'ਚ ਕਿਰਪਾ ਕਰੋ। ਗੋਰਖਨਾਥ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈ, ਸਿੱਧਾਂ ਦਾ ਗੁਰੂ ਹੈ, ਅੰਤਰਜਾਮੀ ਹੈ, ਕਰਾਮਾਤੀ ਹੈ। ਕੋਈ ਉਹ ਵੀ ਆਪਣਾ ਉਗਣ ਵੇਖਦਾ ਜੋ ਅੱਗੇ ਆਇਆ ਵੀ ਜੇ ਕੱਟਿਆ ਹੀ ਜਾਵੇ ਕੁਛ ਤੇ ਕਾਰਨ ਹੈ। ਮੰਗਲਨਾਥ ਕਹਿ ਆਇਆ, ਕਹਿੰਦਾ ਜੀ ਕੋਸ਼ਿਸ਼ ਕਰਾਂਗਾ ਪਰ ਮੈਂ ਵਾਅਦਾ ਨਹੀਂ ਕਰਦਾ ਵੀ ਉਹਨਾਂ ਨੂੰ ਤੁਹਾਡੇ ਅੱਗੇ ਝੁਕਾਵਾਂ, ਕਿਉਂਕਿ ਉੱਥੇ ਤੇ ਮੈਂ ਝੁਕ ਗਿਆ, ਮੇਰੀ ਹਉਮੈ ਉਹਨਾਂ ਅੱਗੇ ਝੁਕਦੀ ਹੈ। ਆਵੇ ਮਾਰਗ ਸਿੱਧਨ ਕੇ ਭਵ ਮੈਂ ਪ੍ਰਕਾਸ਼ ਵਡੋ ਜਸ ਕਾਰੇ। ਮੰਗਲਨਾਥ ਜਾਂਦਾ ਇੱਕ ਗੱਲ ਕਹਿ ਗਿਆ, ਕਹਿੰਦਾ ਗੁਰੂ ਜੀ ਜਿੱਦਣ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਨਾ, ਮੈਨੂੰ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਮਤਲਬ ਭਗਤੀ ਬੰਦਗੀ ਜ਼ਿਆਦੇ ਆ ਨਾ ਤਾਂ ਹੀ ਪਤਾ ਲੱਗਾ। ਜਿਨ੍ਹਾਂ ਦੇ ਪਰਥਾਏ ਵੇਦ ਗ੍ਰੰਥ ਸ਼ਾਸਤਰ ਕਹਿੰਦੇ ਆ ਵੀ ਰੱਬ ਜੀ ਕਲਯੁਗ ਦੇ ਸਮੇਂ ਵਿੱਚ ਆਪ ਆਉਣਗੇ ਬੰਦਿਆਂ ਨੂੰ ਬੰਦਾ ਬਣਾਉਣ ਲਈ, ਬੰਦਿਆਂ ਦੇ ਰੂਪ ਵਿੱਚ। ਕਿਉਂ ਆਉਣਾ ਪਿਆ ਜੀ ਗੁਰੂ ਨਾਨਕ ਸਾਹਿਬ ਨੂੰ? ਇੱਥੇ ਕੋਈ ਕੱਛੂ ਦਾ ਅਵਤਾਰ, ਕੋਈ ਸੂਰ ਦਾ ਅਵਤਾਰ ਹੈ, ਕੋਈ ਅੱਧ-ਪਚੱਦਾ ਹਿਰਨ ਦਾ ਅਵਤਾਰ ਹੈ, ਕੋਈ ਕਿਸੇ ਦਾ, ਕੋਈ ਹਰਨਾਕਸ਼ ਹਿਰਨਕਸ਼ਪ, ਕੋਈ ਕਿਸੇ ਦਾ, ਕੋਈ ਕਿਸੇ ਦਾ। ਕਿੰਨੇ ਅਵਤਾਰਾਂ ਦਾ ਜ਼ਿਕਰ ਕਰੀਏ? 24 ਨੇ, ਜਿੰਨਾ ਕਿ 23 ਹੋ ਗਏ। ਕੋਈ ਕੁਛ ਸੀ, ਕੋਈ ਕੁਛ ਸੀ, ਮਤਲਬ ਕੋਈ ਬੰਦਾ ਬਣ ਕੇ ਪੂਰਾ ਨਹੀਂ ਆਇਆ। ਕੋਈ 52 ਗੁਣਾਂ ਦਾ ਹੀ ਅਵਤਾਰ ਸੀ, ਉਹ ਕੀ ਕਰੂ ਕਿਸੇ ਦਾ? ਬੰਦੇ ਨੂੰ ਬਣਾਉਣ ਵਾਸਤੇ ਬੰਦਿਆਂ ਦੀ ਸੰਗਤ ਚਾਹੀਦੀ ਹੈ, ਨਾ ਕਿ ਜਾਨਵਰ ਜਾਂ ਭੇਡਾਂ ਬੱਕਰੀਆਂ। ਤੇ ਜਿੱਥੇ ਬਹਿ ਜੂ ਉਹ ਜਿਹੀ ਹੋ ਜਾਂਦਾ। ਗੁਰੂ ਨਾਨਕ ਸਾਹਿਬ ਫਿਰ ਆਪ ਮਨੁੱਖਾ ਸਰੀਰ ਵਿੱਚ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਆਏ ਨੇ। ਉਹ ਤੋਂ ਪਹਿਲਾਂ ਬੜੇ ਆਏ ਅਵਤਾਰ, ਕੋਈ ਵਿਸ਼ਨੂੰ ਦਾ, ਕੋਈ ਕਿਸੇ ਦਾ, ਕੋਈ ਸ਼ਿਵ ਜੀ ਦਾ। ਇੱਕ ਥੋੜੀ 11 ਤਰ੍ਹਾਂ ਦੇ ਸ਼ਿਵ ਨੇ, 11 ਸ਼ਿਵ ਜੀ ਨੇ ਸਨਾਤਨ ਮਤ 'ਚ। ਤੇ ਕ੍ਰਿਸ਼ਨ ਕਿੰਨੇ ਹੋਏ ਆ, ਰਾਮ ਕਿੰਨੇ ਹੋਏ ਆ, ਕੋਈ ਅੰਤ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਪਰਥਾਏ ਇਹ ਗੱਲ ਕਹਿ ਦਿੱਤੀ, ਕਹਿੰਦੇ ਉਹ ਆਪ ਧਰਤੀ ਤੇ ਆਏ, ਸਾਡੇ ਵੱਡੇ ਭਾਗ ਸੁਮੇਰ ਤੇ ਸਾਨੂੰ ਤਾਰਨ ਆਏ ਆ। ਗੁਰੂ ਜੀ ਮੇਰਾ ਤੇ ਚਿੱਤ ਕਰਦਾ ਤੁਸੀਂ ਨਾਲ ਚੱਲੋ ਤੇ ਚਰਨ ਧੂੜ ਲੈ ਲਓ, ਉਹਨਾਂ ਦੇ ਚਰਨੀ ਡਿੱਗੋ। ਮੰਗਲਨਾਥ ਕਹੈ ਪੁਨ ਬੈਨ ਕੇ ਜੋ ਨਾ ਬਣੇ ਜਿਵ ਚਾਹੇ ਤੁਮਾਰੀ। ਪਰ ਮੰਗਲਨਾਥ ਇੱਕ ਗੱਲ ਕਹਿੰਦਾ, ਗੁਰੂ ਜੀ ਯਾਦ ਰੱਖਿਓ, ਮੰਨਣਾ ਤੁਹਾਨੂੰ ਅੱਜ ਵੀ ਪੈਣਾ, ਮੰਨਣਾ ਕੱਲ੍ਹ ਵੀ ਪੈਣਾ। ਤੁਹਾਡੀ ਜਿੱਦ ਹਰੇਗੀ, ਤੁਹਾਡਾ ਹੰਕਾਰ ਟੁੱਟੇਗਾ, ਤੁਹਾਨੂੰ ਜਗਤ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਝੁਕਣਾ ਹੀ ਪੈਣਾ। ਆਖੋ ਸਤਿਨਾਮ। ਮਾਫ ਕਰਿਓ ਜੀ, ਮੈਨੂੰ ਆ ਕੇ ਕੋਈ ਮੇਰੀਆਂ ਗਲਤੀਆਂ ਦੱਸੇ, ਮੂੰਹ ਤੇ ਬਹਿ ਕੇ ਹੁੱਬ ਕੇ ਮੈਨੂੰ ਚੰਗਾ ਲੱਗੂ। ਚਲੋ ਮੇਰੀ ਗੱਲ ਛੱਡੋ, ਤੁਹਾਨੂੰ ਚੰਗਾ ਲੱਗੂ? ਤੁਸੀਂ ਕਹਿਣਾ ਮੈਂ ਜੁੱਤੀ ਲਾਵਾਂ, ਇਹਨੂੰ ਕੱਢੋ ਕਦੋਂ। ਇਹ ਮੈਨੂੰ ਬੋਲਦਾ, ਮੇਰੇ ਸਾਹਮਣੇ ਬੋਲਦਾ, ਇਹ ਕੀ ਹੈ? ਹਉਮੈ। ਤੇ ਜਦੋਂ ਹਉਮੈ ਮੁੱਕ ਗਈ ਨਾ, ਗਵਾਂਢੀ ਵੀ ਗਾਲਾਂ ਕੱਢ ਜੇ ਦਰਵਾਜ਼ੇ, ਕਹਿੰਦਾ ਅੱਛਾ ਫਿਰ ਕੀ ਹੋਇਆ? ਗੁੱਸਾ ਉਹਦਾ ਆਪੇ ਲੱਥ ਜੂਗਾ। ਸਭ ਨੂੰ ਆਉਂਦਾ ਗੁੱਸਾ, ਸਾਨੂੰ ਵੀ ਆਉਂਦਾ, ਤੁਹਾਨੂੰ ਵੀ ਆਉਂਦਾ। ਜਿਹਨੂੰ ਇਹ ਸਮਝ ਆ ਗਈ ਵੀ ਇਹ ਚੜਿਆ ਨੇ ਲੈ ਵੀ ਜਾਣਾ, ਉਹ ਨਹੀਂ ਲੜਦਾ। ਜਿਹੜਾ ਕਹਿੰਦਾ ਓਏ ਤੂੰ ਕੌਣ ਆ ਬੋਲਣ ਵਾਲਾ, ਉਹ ਅੰਦਰੋਂ ਡੰਡਾ ਚੁੱਕ ਲੈਂਦਾ, ਉਹ ਲਿਆ ਕੇ ਸਿਰ 'ਚ ਮਾਰਦਾ, ਕਹਿੰਦਾ ਬੋਲ, ਹੋ ਗਿਆ ਕੰਮ। ਹੁਣ ਥਾਣੇ ਵਾਲੇ ਆ ਗਏ, ਕਹਿੰਦੇ ਚੱਲ ਪੁੱਤ ਉੱਥੇ ਫਿਰ ਹੁੰਦਾ ਨਾ। ਜੇ ਸਮਝਦਾਰ ਹੁੰਦਾ ਸਮਝ ਜਾਂਦਾ। ਮੰਗਲਨਾਥ ਦੀ ਭਗਤੀ ਇੰਨੀ ਆ, ਸਮਝਦਾਰ ਇੰਨਾ, ਨਿਮਰਤਾ ਇੰਨੀ। ਕਹਿੰਦਾ ਗੁਰੂ ਜੀ ਮੇਰਾ ਸੁਭਾਅ ਨਹੀਂ ਤੁਹਾਡੇ ਅੱਗੇ ਬੋਲਣਾ, ਪਰ ਮੈਂ ਸੱਚ ਨੂੰ ਸੱਚ ਹੀ ਬੋਲਦਾ। ਵੀ ਜੇ ਮੇਰੇ ਨਾਲ ਚੱਲੋ, ਆਪਾਂ ਉਹਨਾਂ ਨੂੰ ਬੇਨਤੀ ਕਰਕੇ ਆਉਨੇ ਆ, ਬੱਤ ਸਾਡੀ ਸਿੱਧ ਮੰਡਲੀ 'ਚ ਆਓ, ਵੱਡੇ ਭਾਗ ਹਨ ਸਾਡੇ। ਇਹ ਹਮ ਧੀਰ ਲਗ ਹੋਵੇ ਸੋ ਤਬਲੇ ਅਬਦੀਸ ਭਲੋ ਅਧਿਕਾਰੀ। ਕਿਉਂਕਿ ਤੁਹਾਡੀਆਂ ਗੱਲਾਂ ਮੈਨੂੰ ਚੰਗੀਆਂ ਤਾਂ ਨਹੀਂ ਲੱਗ ਰਹੀਆਂ, ਉਹ ਸਾਡੇ ਤੋਂ ਵੱਡੇ ਨੇ, ਅਸੀਂ ਉਹਨਾਂ ਨੂੰ ਉਪਦੇਸ਼ ਕੀ ਦੇ ਸਕਦੇ? ਹਾਂ ਕੋਈ ਛੋਟਾ ਹੋਵੇ ਗਿਆਨ ਵਿੱਚ, ਉਮਰ ਵਿੱਚ, ਸੁਭਾਅ ਵਿੱਚ, ਸਮਝ ਵਿੱਚ, ਗੁਰੂ ਜੀ ਉਹਨਾਂ ਨੂੰ ਝੁਕਾਉਣ ਬਾਰੇ ਸੋਚੀਦਾ ਹੁੰਦਾ ਹੈ। ਇੰਨਾ ਤੁਹਾਨੂੰ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਨੇ, ਆਕਾਰ ਤੋਂ ਰਹਿਤ ਪਰਮਾਤਮਾ ਨੇ, ਤੇ ਅਸੀਂ ਉਹਨਾਂ ਨੂੰ ਕਿੱਥੇ ਝੁਕਾ ਕੇ ਸਿੱਧ ਬਣਾ ਸਕਦੇ? ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਮੱਤ ਗਈ ਕਿੱਧਰ? ਤੇ ਗੋਰਖਨਾਥ ਨੂੰ ਮੰਗਲਨਾਥ ਤੇ ਇੱਕ ਚੜੇ ਲੱਥੇ ਵੀ ਇੰਨੇ ਸਿੱਧਾਂ ਦੇ ਸਾਹਮਣੇ ਮੇਰਾ ਅਪਮਾਨ ਕਰਦਾ ਏ। ਹੋਏ ਜੋ ਦੀਰਘ ਕੈਸੇ ਬਨੇ ਬਿਦ ਹੈ ਵਿਪਰੀ ਸਿਰੀਤ ਵਿਚਾਰੀ। ਇੰਨੀ ਗੱਲ ਕਹਿੰਦਾ ਤੁਰ ਪਿਆ,
ਕਹਿੰਦਾ ਵੱਡੇ ਕਦੇ ਛੋਟੇ ਨਹੀਂ ਹੁੰਦੇ ਤੇ ਛੋਟੇ ਕਦੇ ਵੱਡੇ ਨਹੀਂ ਬਣਦੇ। ਕਿ ਉਹਨੇ ਜਿਹੜੇ ਸੰਦਰਭ ਚ ਆਖੇ ਉਹੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਰਹੇ। ਉਹ ਤੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਇਹ ਧਰਮ ਦੀ ਦੁਨੀਆ ਹੈ। ਹੰਕਾਰ ਦੀ ਦੁਨੀਆ ਵਿੱਚ ਕੋਈ ਵੱਡਾ ਨਹੀਂ ਹੋ ਸਕਦਾ ਤੇ ਕੋਈ ਛੋਟਾ ਨਹੀਂ ਹੋ ਸਕਦਾ। ਹੰਕਾਰੀ ਬੰਦਾ ਗਰੀਬ ਵੀ ਹੋਵੇ ਨਾ, ਉਹਦੀਆਂ ਫੀਲਿੰਗਾਂ ਚੰਨੀ ਸਾਹਿਬ ਵਾਲੀਆਂ ਹੁੰਦੀਆਂ, ਵੇਖਿਆ ਹੋਣਾ ਤੁਸੀਂ। ਹਿਸਾਬ ਕਿਤਾਬ ਉਹੀ ਹੁੰਦਾ, ਕੱਖ ਨਾ ਪੱਲੇ ਹੋਵੇ, ਖਾਤਾ ਖਾਲੀ, ਕਰੋੜਾਂ ਤੋਂ ਘੱਟ ਗੱਲ ਹੀ ਨਹੀਂ ਕਰਨੀ। ਇਹ ਹੁੰਦਾ ਨੰਗਪਣੇ ਦਾ ਬੁਖਾਰ, ਹੰਕਾਰ ਦਾ, ਸਿਰ ਚੜ੍ਹ ਬੋਲੀ ਜਾਂਦਾ। ਤੇ ਇੱਕ ਕੋਲ ਬੜਾ ਕੁਝ ਹੁੰਦਾ ਹੈ, ਬਹੁਤ ਕੁਝ ਹੈ, ਉਹ ਲੜਦਾ ਹੀ ਨਹੀਂ, ਕੋਈ ਬਿਆਨ ਹੀ ਨਹੀਂ ਦਿੰਦਾ। ਆਹ ਦੇਖੋ ਪਿਛਲਾ ਸਮਾਂ ਅੰਦੋਲਨ ਦਾ ਲੰਘਿਆ, ਮਾਫ ਕਰਿਓ, ਸਮਝਣ ਲਈ ਗੱਲ ਹੈ। ਅੰਬਾਨੀ ਤੇ ਅਡਾਨੀ ਨੂੰ ਕਿਹੜਾ ਪੰਜਾਬੀ ਹੈ ਜਿਹਨੇ ਗਾਲ ਨਹੀਂ ਕੱਢੀ, ਜਿਹਨੇ ਭੰਡਿਆ ਨਹੀਂ ਮੋੜ ਤੇ ਖੜ ਕੇ? ਕਦੀ ਉਹਨਾਂ ਨੇ ਗਾਲ ਕੱਢੀ ਹੈ? ਕਦੇ ਕਿਸੇ ਨੇ ਅਡਾਨੀ ਦੀ ਸਟੇਟਮੈਂਟ ਸੁਣੀ ਹੈ ਵੀ ਪੰਜਾਬ ਵਾਲਿਓ ਤੁਹਾਨੂੰ ਬੰਦੇ ਬਣਾ ਦਿਆਂਗੇ, ਆਹ ਕਰ ਦਿਆਂਗੇ? ਸੁਣਿਆ ਕਿਤੇ? ਨਹੀਂ। ਉਹਨਾਂ ਨੂੰ ਪਤਾ ਹੈ ਕਰੀ ਜਾਣ ਦਾ ਵਿਰੋਧ, ਸਾਨੂੰ ਕੀ ਫਰਕ ਪੈਂਦਾ, ਖੋਸਾ ਦਾ ਨਾਮ। ਇੱਥੇ ਕਿਸੇ ਮਾੜੇ ਜਿਹੇ ਬੰਦੇ ਨੂੰ ਛੇੜ ਕੇ ਵੇਖੋ, ਕਹਿੰਦਾ ਤੈਨੂੰ ਪਤਾ ਹੈ ਥਾਣੇ ਚ ਸੱਚੂ ਆਪਣਾ ਹੀ ਹੈ, ਡੀਐਸਪੀ ਫਲਾਣਾ ਸਿੰਘ ਹੈ, ਮੇਰੀ ਫਲਾਣੇ ਨਾਲ ਤੈਨੂੰ ਦਿਖਾ ਦੂੰ ਤਾਰੇ, ਇਹ ਕੀ ਹੋਛਾ ਬਣ। ਤੇ ਬੰਦਾ ਜਿਹੜਾ ਸੰਸਾਰੀ ਤੌਰ ਤੇ ਰੁਤਬੇ ਕਰਕੇ ਵੱਡਾ ਹੁੰਦਾ ਏ, ਉਹ ਅੰਦਰ ਖਾਤੇ ਕੁਝ ਵੀ ਕਰੇ, ਜਨਤਕ ਤੌਰ ਤੇ ਨਹੀਂ ਬੋਲਦਾ। ਗੋਰਖਨਾਥ ਨੂੰ ਇਹੀ ਗੱਲ ਸਮਝਾਈ ਵੀ ਤੁਸੀਂ ਬਾਰ-ਬਾਰ ਬੋਲਦੇ ਹੋ, ਬਾਰ-ਬਾਰ ਭੇਜਦੇ ਹੋ, ਜਾਓ ਮਨਾਓ, ਗੋਰਖ ਨੂੰ ਗੁਰੂ ਮੰਨੋ। ਗੁਰੂ ਜੀ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਆਪਾਂ ਨੂੰ। ਵੱਡਿਆਂ ਨੇ ਵੱਡੇ ਰਹਿਣਾ, ਉਹਨਾਂ ਨੂੰ ਛੋਟੇ ਕਰ ਨਹੀਂ ਸਕਦੇ। ਜਿਉਂ ਪਟ ਬੀਜਨ ਕੀ ਪ੍ਰਕਾਸ਼ ਤੇ ਭਾਨ ਛਪਾਵਤ ਸੁਧ ਵਿਸਾਰੀ। ਕਹਿੰਦੇ ਜਿਵੇਂ ਇੱਕ ਪੱਟ ਬੀਜਣਾ ਕਿਸੇ ਇਲਾਕੇ 'ਚ ਜੁਗਨੂ ਕਹਿੰਦੇ ਆ, ਕੋਈ ਟਟਹਿਣਾ ਕਹਿ ਦਿੰਦਾ। ਕਹਿੰਦੇ ਉਹ ਰਾਤ ਭਰ ਤੇ ਚਮਤਕਾਰ ਕਰਦਾ ਫਿਰਦਾ, ਚਮਕਦਾ, ਰੌਲਾ ਪਾਈ ਫਿਰਦਾ, ਕਹਿੰਦਾ ਸਵੇਰੇ ਸੂਰਜ ਨਹੀਂ ਚੜ੍ਹਨ ਦੇਣਾ। ਤੇ ਜਦੋਂ ਸੂਰਜ ਚੜਿਆ ਲੱਭਿਆ ਨਹੀਂ ਕਿਸੇ ਨੂੰ, ਦੇਖਿਆ ਕਿਸੇ ਨੇ? ਕਹਿੰਦੇ ਗੋਰਖ ਜੀ, ਗੁਰੂ ਜੀ, ਗੁਰੂ ਨਾਨਕ ਸਾਹਿਬ ਸੂਰਜ ਦੇ ਸਾਹਮਣੇ, ਆਪਾਂ ਤੇ ਬਸ ਜੁਗਨੂ ਜਿਹੀਆਂ ਖੋਸਾ ਦਾ ਨਾਮ। ਇਹ ਤੋਂ ਵੱਧ ਕੀ ਹੋ ਸਕਦਾ? ਆਪਣਾ ਹੀ ਬੰਦਾ ਕਹੇ ਕਿ ਤੂੰ ਜੀਰੋ ਹੈ, ਤੇਰੇ ਪੱਲੇ ਕੱਖ ਨਹੀਂ। ਮੂਰਖ ਬਹਿਨ ਭਨੇ ਸੁਣ ਕੇ ਤੁਮ ਹੈ ਸਮਝੀ ਮਤ ਸਿਦਨਿਆਰੇ। ਗੋਰਖਨਾਥ ਮੰਗਲਨਾਥ ਨੂੰ ਬਾਹ ਫੜ ਕੇ ਪਾਸੇ ਜਿ ਲੈ ਆਇਆ, ਕਹਿੰਦਾ ਭਲੇ ਮਾਨਸਾ ਹੀ ਨਾ ਸਾਹਮਣੇ ਤਾਂ ਨਾ ਬੋਲ, ਮੈਨੂੰ ਪਤਾ ਹੈ ਤੇਰੀ ਗੱਲ ਸੱਚੀ ਹੈ, ਤੇਰੀ ਗੱਲ ਸਹੀ ਹੈ। ਮੈਂ ਕਹਿੰਦਾ ਜੀ ਫੇਰ ਵੀ ਧੰਨ ਹੈ ਗੋਰਖਨਾਥ, ਗੁਰੂਨਾਥ ਮੰਨਦਾ ਤੇ ਹੈ ਵੀ ਉਹ ਵੱਡੇ ਤੇ ਮੈਂ ਛੋਟਾ। ਠੀਕ ਹੈ, ਬਾਹਰੋਂ ਬਾਹਰ ਪੰਗੇ ਲੈਂਦਾ, ਲੜਾਈ ਕਰਦਾ, ਅੰਦਰ ਤੇ ਮੰਨ ਗਿਆ। ਕਹਿੰਦਾ ਮੰਗਲਨਾਥ ਮੈਨੂੰ ਵੀ ਪਤਾ ਹੈ ਵੀ ਮੈਂ ਕਦੇ ਚਾਹ ਕੇ ਵੀ ਗੁਰੂ ਨਾਨਕ ਸਾਹਿਬ ਨੂੰ ਜਿੱਤ ਨਹੀਂ ਸਕਦਾ, 7 ਲੱਖ ਜਨਮ ਲੈਣਾ ਨਹੀਂ ਜੁਗਾ ਸਕਦਾ। ਕਹਿੰਦਾ ਫਿਰ ਗੁਰੂ ਜੀ ਲੜਾਈ ਕਾਹਦੀ ਹੈ, ਜਿੱਤ ਹਾਰ ਦਾ ਰੌਲਾ ਕਾਹਦਾ? ਕਹਿੰਦਾ ਭਲਿਆ ਸੁਣ ਲਾ, ਮੇਰੇ ਸਿੱਧਾਂ 'ਚ ਹੰਕਾਰ ਬੜਾ ਹੈ, ਇੰਨਾ ਹੰਕਾਰ, ਜਿੰਨੀ ਭਗਤੀ ਸੀ, ਜਿੰਨੀਆਂ ਵੱਡੀਆਂ ਉਮਰਾਂ ਸੀ, ਇਹ ਉਨਾ ਹੰਕਾਰ ਕਰਦੇ ਨੇ। ਧੰਨ ਤੁਮੈ ਸ਼ੁਭ ਲੋ ਜੋ ਕੇ ਲਾਇਕ ਹੈ, ਮਨ ਤੇ ਜਨ ਮਾਨ ਵਿਸਾਰੇ। ਮੈਨੂੰ ਪਤਾ ਹੈ ਵੀ ਜਿਨ੍ਹਾਂ ਨੂੰ ਮੈਂ ਤੁਰਨਾ ਸਿਖਾਇਆ ਨਾ, ਉਹ ਹੁਣ ਮੇਰੀਆਂ ਜੜ੍ਹਾਂ ਵਾਹੁਣ ਆ ਗਏ ਆ। ਆਪਣੇ ਘਰ ਦਾ ਕਲੇਸ਼ ਆਪਾਂ ਨਿਬੇੜ ਸਕਦੇ ਆ? ਜਿੱਡਾ ਮਰਜ਼ੀ ਜੱਜ ਲੱਗਾ, ਵਕੀਲ ਲੱਗਾ, ਘਰ ਦੀ ਲੜਾਈ ਨਹੀਂ ਨਿਬੇੜ ਸਕਦਾ। ਦੂਜਿਆਂ ਦੇ ਸਮਝੌਤੇ ਅਸੀਂ ਕਰਾ ਸਕਦੇ, ਸਾਡੇ ਘਰ ਦਾ ਸਮਝੌਤਾ ਕੌਣ ਕਰ ਸਕਦੇ ਆ? ਨਹੀਂ, ਸੁਣਦਾ ਹੀ ਨਹੀਂ ਸਾਨੂੰ ਕੋਈ ਕਰੇ। ਆਪਣੇ ਘਰ 'ਚ ਕਿਸੇ ਦੀ ਕੋਈ ਵੈਲਿਊ ਨਹੀਂ ਹੁੰਦੀ, ਜਿੰਨਾ ਮਰਜ਼ੀ ਕੋਈ ਪਰਦਾ ਰੱਖੇ, ਉਹਨੂੰ ਪਤਾ ਹੀ ਹੁੰਦਾ ਵੀ ਚੁੱਪ ਕਰ ਜਾਓ, ਠੀਕ ਆ, ਪਾਣੀ ਮੰਗਿਆ ਦੇ ਤਾਂ ਠੀਕ ਆ, ਆਪ ਪੀ ਲਓ, ਰੌਲਾ ਨਹੀਂ ਪਾਉਣਾ, ਪਤਾ ਹੁੰਦਾ। ਕਹਿੰਦਾ ਗੁਰੂ ਜੀ ਗੱਲ ਗਹਿਰੀ ਹੈ। ਗੋਰਖਨਾਥ ਕਹਿੰਦਾ ਮੈਨੂੰ ਪਤਾ ਵੀ ਇਹ ਜਿਹੜੇ ਸਿੱਧ ਨੇ ਨਾ, ਮੇਰੇ ਕੋਲ ਰਹਿ ਕੇ, ਮੇਰੇ ਤੋਂ ਹੀ ਚੱਲਣਾ ਸਿੱਖ ਕੇ, ਮੇਰੇ ਕੋਲ ਹੀ ਭਗਤੀ ਕਰਕੇ ਹੰਕਾਰ ਗਏ। ਤੇ ਮੈਂ ਚਾਹੁੰਦਾ ਵੀ ਇਹਨਾਂ ਦਾ ਹੰਕਾਰ ਕੇਵਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਹੀ ਤੋੜ ਸਕਦੇ ਆ। ਖੁਦਾ ਦਾ ਨਾਮ, ਤੂੰ ਬੜਾ ਸਿਆਣਾ ਨਿਕਲਿਆ। ਕਿਉਂਕਿ ਗੋਰਖਨਾਥ ਨੂੰ ਤੇ ਪਹਿਲੇ ਝਟਕੇ 'ਚ ਹੀ ਪਤਾ ਲੱਗ ਗਿਆ ਸੀ ਵੀ ਰੱਬ ਨੇ ਵੀ ਮੇਰੀ ਸਿਲਾ ਵੀ ਉੱਡੀ ਨਹੀਂ, ਐਡੀ ਕਰਾਮਾਤ ਨਾਲ ਅੰਦਰੋਂ ਤੇ ਮੰਨ ਗਿਆ ਸੀ। ਉਹਨੂੰ ਪਤਾ ਸੀ ਵੀ ਜੇ ਮੈਂ ਮੰਨ ਗਿਆ ਤੇ ਕਮ ਸੇ ਕਮ ਇਹਨਾਂ ਨੂੰ ਵੀ ਸੇਕ ਲੱਗੇ। ਉਹ ਤਾਂ ਪੰਪ ਜਾ ਮਾਰ ਕੇ ਭੇਜ ਦਿੰਦਾ, ਕਹਿੰਦਾ ਜਾਓ ਲਿਆਓ ਫੜ ਕੇ ਬਾਬੇ ਨਾਨਕ। ਉਹਦੀ ਉੱਡ ਜਾਂਦੇ, ਕਹਿੰਦੇ ਮੈਂ ਲਿਆਉਣਾ ਜੀ ਗੋਰਖ ਜੀ ਤੁਹਾਡੇ ਚਰਨਾਂ 'ਚ। ਕਿਤੇ ਨਾ ਕਿਤੇ ਗੋਰਖਨਾਥ ਅੰਦਰੋਂ ਮੰਨਦਾ, ਪਰ ਕੋਸ਼ਿਸ਼ ਜਾਰੀ ਹੈ ਵੀ ਜੇ ਚੁਕਾ ਲੈਣਾ। ਮੰਗਲਨਾਥ ਨੂੰ ਥਾਪੜਾ ਦੇ ਕੇ ਕਹਿੰਦਾ ਤੂੰ ਮੇਰੇ ਨਾਲੋਂ ਤਪੱਸਿਆ ਤੇ ਭਗਤੀ 'ਚੋਂ ਵੱਡਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਗੋਰਖਨਾਥ ਨਾਲੋਂ ਕਿਤੇ ਵੱਧ ਤਪੱਸਿਆ ਮੰਗਲਨਾਥ ਜੀ ਦੀ ਹੈ।
ਕਿਤੇ ਵੱਧ ਭਗਤੀ ਹੈ। ਹੁਣ ਵੇਖਦੇ ਆ ਉਹਨਾਂ ਜਾਣਾ ਗੁਰੂ ਨਾਨਕ ਸਾਹਿਬ ਕੋਲੇ, ਕਿਉਂਕਿ ਜਿਹੜਾ ਬੰਦਾ ਆਪਣੇ ਗੁਰੂ ਦੀ ਪਰਵਾਹ ਨਹੀਂ ਕਰਦਾ ਜੀ, ਕਿਸੇ ਦੀ ਕਰ ਸਕਦਾ ਹੈ ਉਹ? ਨਹੀਂ। ਜੋ ਇਨਸਾਨ ਆਪਣੇ ਮਾਂ-ਬਾਪ ਤੋਂ ਨਹੀਂ ਡਰਦਾ, ਉਹਨੂੰ ਡਰਾਉਣ ਵਾਲਾ ਕੌਣ ਹੈ? ਰਿਸ਼ਤੇਦਾਰ ਹੈ ਕੋਈ? ਅਗਲਾ ਕਹਿੰਦਾ ਯਾਰ ਮੈਂ ਆਪਣੇ ਪਿਓ ਦੀ ਪਰਵਾਹ ਨਹੀਂ ਕਰਦਾ, ਤੂੰ ਕੌਣ ਹੁੰਦਾ? ਚੱਲ ਬਾਹਰ। ਦੇਖਦੇ ਹੋ ਨਾ ਸਮਾਜ ਤੇ ਸਮਝੌਤਾ ਕਰਾਉਣ ਵੇਲੇ ਲੋਕ ਪਹਿਲੇ ਹੀ ਵੇਖ ਲੈਂਦੇ, ਕਹਿੰਦੇ ਜੀ ਪਿਓ ਪੁੱਤ ਦਾ ਝਗੜਾ ਆਪਾਂ ਕਾਹਨੂੰ ਡਾਂਗਾਂ ਖਾਣੀਆਂ, ਸਾਨੂੰ ਕੀ ਲੋੜ ਹੈ। ਵੇਖ ਕੇ ਜਾਂਦੇ ਆ ਲੋਕੀ ਜਿਹੜੇ ਸਿਆਣੇ ਹੁੰਦੇ ਪੰਚਾਇਤ ਵਾਲੇ, ਕਹਿੰਦੇ ਨਾ ਜੀ ਨਾ, ਇਹ ਨਹੀਂ ਸੋਲਵ ਹੋਣਾ, ਆਪ ਹੀ ਕਰ ਲਓ। ਮੰਗਲਨਾਥ ਨੇ ਸਿੱਧੀਆਂ ਪੱਧਰੀਆਂ ਗੱਲਾਂ ਕਹੀਆਂ, ਜਿੰਨੀ ਆਪਾਂ ਹੁਣ ਤੱਕ ਸੁਣੀ ਆ ਸਾਰੀ ਗੱਲਬਾਤ। ਜਿੰਨੇ ਸਿੱਧਾ ਇਹ ਹੰਕਾਰ ਦੇ ਭਰੇ ਆਏ ਆ ਜੀ, ਝੁਕਿਆ ਕੋਈ ਨਹੀਂ। ਕਈ ਝੁਕ ਗਏ ਬਾਅਦ ਵਿੱਚੋਂ ਜਦੋਂ ਵੇਖਿਆ ਬੇਵਾਸਾਂ, ਪਰ ਧੰਨ ਇਹ ਮਹਾਂਪੁਰਖ ਜਿਹਨੇ ਆਪਣੇ ਗੁਰੂ ਨੂੰ ਵੀ ਸਮਝਾਤਾ ਵੀ ਸੱਚੀ ਗੱਲ ਇਹੀ ਹੈ, ਸੱਚ ਇਹੀ ਹੈ। ਮਨ ਅੱਜ ਮਨ ਕੱਲ, ਗੁਰੂਦੇਵ ਮੰਨਣਾ ਹੀ ਪੈਣਾ। ਸਤਿਨਾਮ। ਇਹਦੇ ਕਰਕੇ ਭਾਈ ਗੁਰਦਾਸ ਨੇ ਲਿਖਿਆ, ਸਿੱਧ ਬੋਲਣ ਸੁਖ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਵੱਡੀ ਕਮਾਈ ਏਦਾਂ ਹੈ, ਅਸੀਂ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਮੰਨ ਰਹੇ ਹਾਂ, ਕਿੰਨਾ ਕੁ ਮੰਨ ਰਹੇ ਹਾਂ? ਭੀੜ ਪਈ ਤੇ ਅਰਦਾਸ ਕਰਾਉਂਦੇ ਆ, ਕਦੇ ਯਾਦ ਕੀਤਾ ਹਰ ਵੇਲੇ? ਉਹ ਜਿਨ੍ਹਾਂ ਦੀ ਚਰਚਾ ਸਮੇਰ ਪਰਬਤ ਤੇ ਸਿੱਧਾਂ 'ਚ ਹੋ ਰਹੀ ਹੈ, ਜਿਨ੍ਹਾਂ ਨੂੰ ਸਿੱਧ ਮੰਨਦੇ ਆ, ਉਹ ਰੱਬ ਪਿਆਰਾ ਕਿੱਡਾ ਮਹਾਨ ਹੋਣਾ। ਕਈ ਵਾਰ ਇਸ ਚਾਚ ਨੀਂਦ ਨਹੀਂ ਆਉਂਦੀ, ਅਸੀਂ ਸਿੱਖ ਹਾਂ, ਸਾਡੇ ਗੁਰੂ ਸਾਹਿਬ ਏਡੇ ਮਹਾਨ ਨੇ, ਸਾਨੂੰ ਤੇ ਉਹ ਸਤਿਗੁਰੂ ਮਿਲਿਆ ਜਿਹਦੇ ਵਰਗਾ ਕੋਈ ਹੋਰ ਨਹੀਂ, ਨਾ ਕੋਈ ਹੋ ਸਕਦਾ। ਮਾਣ ਕਰਿਆ ਕਰੋ ਆਪਣੇ ਗੁਰੂ ਤੇ, ਆਪਣੇ ਆਪ ਤੇ ਨਾ ਕਰਿਆ। ਭਾਗਾਂ ਵਾਲੇ ਆਪਾਂ ਜਿਨ੍ਹਾਂ ਨੂੰ ਇਹ ਕਥਾ ਸੁਣਨ ਦਾ ਸੁਭਾਗ ਮਿਲਿਆ ਹੋਇਆ ਹੈ, ਕਿਉਂਕਿ ਕੱਲ ਦੀ ਕਥਾ ਹੋਰ ਵੀ ਇੰਟਰਸਟਡ ਹੋ ਜਾਣੀ ਹੈ, ਕਿਉਂਕਿ ਇਹ ਤੇ ਸਿੱਧ ਹੰਕਾਰੀ ਹੈ ਹੀ। ਜੋ ਕੁਝ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।